ਇੱਕ ਮਨ ਪੂਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੇ ਬਸਾਊ ਤੋ ਪਰਮ ਗੁਰੂ ਨਾਨਕ ਗੁਣ ਗਾਵੂੰ ਤਾਸ ਚਰਨ ਲੈ ਹਿਰਦੇ ਬਸਾਊ ਤੋ ਪਰਮ ਗੁਰੂ ਨਾਨਕ ਗੁਣ ਗਾਵੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਗੁਰੂ ਦੀ ਕਿਰਪਾ ਹੋਈ, ਰਹਿਮਤ ਹੋਈ ਹੈ। ਆਪਾਂ ਸਾਰੇ ਰਲ ਮਿਲ ਕੇ ਸੰਗਤ ਦੇ ਵਿੱਚ ਆਏ ਹਾਂ। ਸੰਧਿਆ ਵੇਲੇ ਦੀਵਾਨ ਸਜੇ ਨੇ ਔਰ ਜਿਸ ਯਾਦ ਦੇ ਵਿੱਚ ਇਹ ਦੀਵਾਨ ਸਜੇ ਨੇ, ਪੂਰੇ 100 ਸਾਲ ਦੇ ਪਹਿਲੇ ਦਾ ਉਹ ਇਤਿਹਾਸ ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦੇ ਦਿਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਜਣਾ ਨੇ ਉਦਮ ਕੀਤਾ, ਉਪਰਾਲਾ ਕੀਤਾ। ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਉਲੀਕੇ ਗਏ ਜਿਨ੍ਹਾਂ ਨੇ ਅੱਜ ਦੇ ਦਿਨ ਇਹ 100 ਸਾਲ ਦਾ ਜਿਹੜਾ ਸਮਾਂ ਬੀਤਿਆ ਹੈਗਾ, ਅਸੀਂ ਲੋਕ ਸਾਰੇ ਗੁਰਦੁਆਰੇ ਆਉਂਦੇ ਹਾਂ, ਬੈਠਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਕਰਦੇ ਹਾਂ, ਬਿਨਾਂ ਕਿਸੇ ਝਿਜਕ ਦੇ ਕਿਸੇ ਵੀ ਸਮੇਂ ਅਸੀਂ ਗੁਰਦੁਆਰੇ ਆ ਸਕਦੇ ਹਾਂ, ਆਪਣੀ ਗੱਲ ਕਹਿ ਸਕਦੇ ਹਾਂ, ਸੁਣ ਸਕਦੇ ਹਾਂ, ਕੋਈ ਵੀ ਅਰਦਾਸ ਕਰ ਸਕਦੇ ਹਾਂ। ਇਹ ਕਿੰਨਾ ਦੀ ਬਦੌਲਤ ਹੋਇਆ, ਇਹ ਸਮਾਂ ਕਿਸ ਤਰ੍ਹਾਂ ਸਾਨੂੰ ਪ੍ਰਾਪਤ ਹੋਇਆ, ਇਹਦੇ ਪਿੱਛੇ ਇੱਕ ਬੜਾ ਵੱਡਾ ਇਤਿਹਾਸ ਹੈ, ਬੜਾ ਗਹਿਰਾ ਇਤਿਹਾਸ ਹੈ। ਜਿਨ੍ਹਾਂ ਇਤਿਹਾਸ ਦੇ ਪੰਨਿਆਂ ਨੂੰ ਅਸੀਂ ਭੁੱਲ ਚੁੱਕੇ ਹਾਂ। ਅਸੀਂ ਗੁਰਦੁਆਰੇ ਆਉਂਦੇ ਹੈਗੇ ਹਾਂ, ਸਾਡੇ ਆਉਣ ਦਾ ਪਰਪਸ ਕੀ ਹੈ, ਮਨੋਰਥ ਕੀ ਹੈ, ਅਸੀਂ ਹੱਸੇ ਠੱਠੇ ਕਰਦੇ ਆਉਂਦੇ ਹਾਂ, ਗੁਸਤਾਖੀ ਮਾਫ ਆਏ ਹਾਂ ਗੁਰਦੁਆਰੇ, ਮਗਰ ਨਾ ਆਇਆ ਵਰਗੇ। ਅਸੀਂ ਆਏ ਹਾਂ ਗੁਰਦੁਆਰੇ, ਕੀ ਕਰਨ ਆਏ ਹਾਂ ਇਸ ਗੱਲ ਦਾ ਨਹੀਂ ਪਤਾ। ਧਿਆਨ ਨਾਲ ਸੁਣਨਾ ਮੈਂ ਕੀ ਕਹਿ ਰਿਹਾ। ਅਸੀਂ ਗੁਰਦੁਆਰੇ ਆਏ ਹਾਂ, ਕਿਸ ਪਰਪਸ ਕਰਕੇ ਆਏ ਹਾਂ, ਕੀ ਆਉਣ ਦਾ ਮਨੋਰਥ ਹੈ, ਗੁਰੂ ਦੇ ਅੱਗੇ ਨਤਮਸਤਕ ਹੋਣ ਦਾ ਕੀ ਮਤਲਬ ਹੈ, ਨਹੀਂ ਪਤਾ। ਗੁਸਤਾਖੀ ਮਾਫ ਨਹੀਂ ਪਤਾ। ਕਿਉਂ ਮੈਂ ਇਹ ਗੱਲ ਕਿਉਂ ਕਹਿ ਰਿਹਾ ਆਪ ਜੀ ਨੂੰ? ਕਿਉਂਕਿ ਮੈਂ ਜਿਸ ਥਾਂ ਦੇ ਉੱਤੇ ਸੇਵਾ ਕਰ ਰਿਹਾ ਹੈਗਾ, ਮੈਂ ਲੋਕਾਂ ਦੀ ਰੋਜ਼ ਦੀ, ਕਿਉਂਕਿ ਸਾਰੇ ਸੰਸਾਰ ਤੋਂ ਸੰਗਤ ਆਉਂਦੀ, ਸਾਰੇ ਸੰਸਾਰ ਭਰ ਤੋਂ ਸੰਗਤ ਆ ਰਹੀ ਹੈ। ਉਹਨਾਂ ਦੇ ਰੋਜ਼ ਦੇ ਉੱਠ ਬੈਠ ਦੇ ਢੰਗ ਦੇ ਨਾਲ, ਮੱਥਾ ਟੇਕਣ ਦੇ ਢੰਗ ਦੇ ਨਾਲ ਪਤਾ ਚੱਲ ਰਿਹਾ ਹੈ ਬਈ ਗੁਰੂ ਦੇ ਕੋਲ ਆਏ ਤੇ ਨੇ, ਮਗਰ ਕਿਸ ਕਰਕੇ ਆਏ ਨੇ ਇਸ ਗੱਲ ਦਾ ਨਹੀਂ ਪਤਾ। ਗੁਰੂ ਦਾ ਹੁਕਮ ਹੈਗਾ, ਜਿੱਥੇ ਤੁਸੀਂ ਆਏ ਹੋ ਨਾ, ਇੱਥੇ ਆਉਣ ਦਾ ਮਕਸਦ ਗੁਰੂ ਦੱਸਦੇ ਨੇ, ਆਇਓ ਸੁਣਨ ਪੜਨ ਕੋ ਬਾਣੀ। ਬੋਲੋ ਸਾਰੇ, ਆਇਓ ਸੁਣਨ ਪੜਨ ਕੋ ਬਾਣੀ। ਅਸੀਂ ਬਾਣੀ ਸੁਣਨ ਆਏ ਹਾਂ, ਇੱਥੇ ਬੈਠ ਕੇ ਬਾਣੀ ਪੜ੍ਹਨ ਆਏ ਹਾਂ। ਜੋ ਕਥਾ ਕੀਰਤਨ ਹੋ ਰਿਹਾ ਉਹਨੂੰ ਸੁਣਨ ਵਾਸਤੇ ਆਏ ਹਾਂ। ਆ ਤੇ ਗਏ ਹਾਂ ਅਸੀਂ ਗੁਰਦੁਆਰੇ। ਹੁਣ ਕਈ ਮਨੁੱਖਾਂ ਦੇ ਕੋਲੋਂ ਪੁੱਛੋ ਬਈ ਤੁਸੀਂ ਗੁਰਦੁਆਰੇ ਹੋ ਕੇ ਆਏ ਹੋ? ਹਾਂਜੀ। ਕੀ ਸੁਣ ਕੇ ਆਏ ਹੋ? ਰਾਗੀ ਸਿੰਘ ਜੀ ਕਿਹੜਾ ਸ਼ਬਦ ਪੜ੍ਹ ਰਹੇ ਸਨ? ਨਹੀਂ ਪਤਾ। ਹੁਕਮਨਾਮਾ ਕੀ ਆਇਆ ਸੀ? ਨਹੀਂ ਪਤਾ। ਫਿਰ ਆਉਣ ਦਾ ਮਨੋਰਥ ਕੀ ਹੋਇਆ? ਅਸੀਂ ਆਏ ਹਾਂ, ਮੱਥਾ ਟੇਕਿਆ, ਪਰਿਕਰਮਾ ਕੀਤੀ, ਬਾਹਰ ਗਏ। ਕੀ ਇਹੀ ਮਨੋਰਥ ਹੈ ਗੁਰਦੁਆਰੇ ਆਉਣ ਦਾ? ਧਿਆਨ ਨਾਲ ਫਿਰ ਸੋਚੋ, ਕੀ ਗੁਰਦੁਆਰੇ ਆ ਕੇ ਮੱਥਾ ਟੇਕਿਆ, ਪਰਿਕਰਮਾ ਕੀਤੀ, ਆਉਣ ਦਾ ਇਹੀ ਮਨੋਰਥ ਹੈਗਾ? ਨਹੀਂ। ਇੱਥੇ ਜੋ ਉਪਦੇਸ਼ ਹੋ ਰਿਹਾ ਸੀ, ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ, ਸੁਣ ਉਪਦੇਸ਼ ਹਿਰਦੇ ਬਸਾਵੋ। ਜੋ ਉਪਦੇਸ਼ ਹੋ ਰਿਹਾ ਉਹਨੂੰ ਹਿਰਦੇ 'ਚ ਵਸਾਉਣਾ ਸੀ। ਬਸ ਸਾਡੇ ਕੋਲੋਂ ਇੱਥੇ ਹੀ ਟੱਪਲਾ ਖਾ ਗਿਆ ਸੀ, ਇੱਥੇ ਹੀ ਸਾਡੇ ਕੋਲੋਂ ਗਲਤਫਹਿਮੀ ਹੋ ਗਈ ਹੈ ਕਿ ਅਸੀਂ ਆਪਣੇ ਗੁਰੂ ਦੇ ਇਸ ਉਪਦੇਸ਼ ਨੂੰ ਨਹੀਂ ਸਮਝ ਪਾਏ, ਨਹੀਂ ਸਮਝ ਪਾਏ। ਚਲੋ ਭਾਈ ਸਾਹਿਬ ਜੀ ਨੇ ਅੱਜ ਜਿਹੜਾ ਸ਼ਬਦ ਪੜ੍ਹ ਰਹੇ ਸਨ ਕੀਰਤਨ ਦੇ ਵਿੱਚ, ਉਹਦੀ ਵਿਚਾਰ ਆਰੰਭ ਕਰਦੇ ਹਾਂ। ਫਿਰ ਅਗਾਂਹ ਜਿਸ ਤਰ੍ਹਾਂ ਸਾਹਿਬ ਬਖਸ਼ਿਸ਼ ਕਰਨਗੇ, ਇਤਿਹਾਸ ਦੀ ਵਿਚਾਰ ਆਪ ਦੇ ਸਾਹਮਣੇ ਰੱਖਦੇ ਹਾਂ। ਜਿੰਨੇ ਆਪ ਆਏ ਹੋ, ਆਪਣੇ ਭੱਜਦੇ ਦੌੜਦੇ ਵਿਚਾਰਾਂ ਨਾਲ ਭਰੇ ਹੋਏ ਮਨ ਨੂੰ ਗੁਰੂ ਕੇ ਸ਼ਬਦ ਵਿੱਚ ਟਿਕਾਉਣ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ਼੍ਰੀ, ਸਤਨਾਮ ਸ਼੍ਰੀ, ਸਤਨਾਮ
ਸ਼੍ਰੀ ਵਾਹਿਗੁਰੂ। ਭਾਈ ਸਾਹਿਬ ਜੀ ਨੇ ਸ਼ਬਦ ਪੜਿਆ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ। ਹੁਣ ਦੇਖੋ, ਇਹ ਹੁਕਮਨਾਮਾ ਵੀ ਬੜੀ ਵਾਰੀ ਆਇਆ, ਅਸੀਂ ਬੋਰਡ ਦੇ ਉੱਤੇ ਬਹੁਤ ਵਾਰੀ ਪੜਿਆ ਹੋਏਗਾ। ਅਸੀਂ ਇਹ ਵੀ ਮੰਨਦੇ ਹੈਗੇ ਹਾਂ ਬਈ ਗੁਰੂ ਸਾਡੀ ਗੱਲ ਸੁਣਦਾ ਹੈ, ਸੁਣਦਾ ਹੈ, ਕਿਉਂਕਿ ਮਹਾਰਾਜ ਨੇ ਆਪਣੀ ਬਾਣੀ 'ਚ ਇਹ ਆਖਿਆ, ਸੱਦ ਸੁਣਦਾ, ਉਹ ਸਾਰਿਆਂ ਦੀ ਸੁਣਦਾ ਹੈਗਾ। ਕਦੀ ਐਸਾ ਨਹੀਂ ਹੈ ਕਿ ਉਹਨੇ ਕਿਸੇ ਦੀ ਗੱਲ ਨਾ ਸੁਣੀ, ਉਹ ਸਾਰਿਆਂ ਦੀ ਸੁਣਦਾ ਹੈ, ਮਗਰ ਅਸੀਂ ਸੁਣਾਉਣ ਹੀ ਨਹੀਂ ਪਹੁੰਚੇ ਉਹਨੂੰ। ਤੁਹਾਨੂੰ ਇੱਕ ਗੱਲ ਦਾ ਚੰਗੇ ਤਰੀਕੇ ਗਿਆਨ ਹੋਏਗਾ ਬਈ ਅਸੀਂ ਗੁਰਦੁਆਰੇ ਆ ਕੇ ਕੀ ਕਰਦੇ ਹਾਂ, ਅਰਦਾਸ। ਅਰਦਾਸ ਤੇ ਮਹਾਰਾਜ ਨੇ ਤੇ ਇਹ ਆਖਿਆ, ਤੂੰ ਅਰਦਾਸ ਕਰ ਤੇ ਸਹੀ, ਮੈਂ ਸੁਣਨ ਨੂੰ ਤਿਆਰ ਬੈਠਾ। ਤੂੰ ਅਰਦਾਸ ਕਰ, ਮੈਂ ਸੁਣਨ ਨੂੰ ਤਿਆਰ ਬੈਠਾ। ਬੜੇ ਧਿਆਨ ਨਾਲ ਸੁਣਨਾ ਜੋ ਮੈਂ ਬਚਨ ਕਰ ਰਿਹਾ। ਉਹ ਤੇ ਇੱਕ ਵਾਰੀ ਕੀਤੀ ਅਰਦਾਸ ਪ੍ਰਵਾਨ ਕਰ ਲੈਂਦਾ ਹੈ, ਇੱਕ ਵਾਰੀ ਕੀਤੀ ਹੋਈ ਅਰਦਾਸ ਮੰਨ ਲੈਂਦਾ ਹੈ, ਮਗਰ ਸ਼ਰਤ ਹੈ ਤੁਸੀਂ ਅਰਦਾਸ ਕਰੋ ਤੇ ਸਹੀ। ਅਸੀਂ ਭਾਈ ਸਾਹਿਬ ਦੇ ਕੋਲੋਂ ਅਰਦਾਸ ਕਰਾਈ। ਹੁਣ ਧਿਆਨ ਦੇਣਾ, ਇੱਕ ਗਲਤਫਹਿਮੀ ਸਾਡੇ ਅੰਦਰ ਹੈਗੀ ਹੈ ਕਿ ਅਸੀਂ ਭਾਈ ਸਾਹਿਬ ਜੀ ਆਏ ਨੇ, ਭਾਈ ਸਾਹਿਬ ਜੀ ਗੁਰੂ ਕੇ ਵਜ਼ੀਰ ਨੇ, ਉਹਨਾਂ ਦੇ ਕੋਲੋਂ ਅਰਦਾਸ ਕਰਾਉਣ ਲੱਗੇ ਹਾਂ। ਜਿਸ ਟਾਈਮ ਭਾਈ ਸਾਹਿਬ ਜੀ ਅਰਦਾਸ ਕਰਨ ਲੱਗਦੇ ਨੇ, ਸਭ ਤੋਂ ਪਹਿਲੇ ਸਾਡਾ ਕੰਮ ਕੀ ਹੁੰਦਾ ਹੈ, ਅਸੀਂ ਭਾਈ ਸਾਹਿਬ ਜੀ ਦੇ ਹੱਥ ਦੇ ਵਿੱਚ, ਸਮਝ ਗਏ ਨਾ, ਫੜਾਤੀ। ਇੱਧਰ ਗੁਰੂ ਸਾਹਿਬ ਦੇ ਚਰਨਾਂ 'ਚ ਉਹਨਾਂ ਨੇ ਬੇਨਤੀ ਕਰਨੀ ਸ਼ੁਰੂ ਕੀਤੀ, ਤੁਸੀਂ ਅੱਗੇ ਕੀ ਲਿਆਂਦੀ, ਮਾਇਆ। ਮਾਇਆ ਹੁਣ ਗੁਰੂ ਔਰ ਤੁਹਾਡੇ ਵਿਚਕਾਰ ਕੀ ਆ ਗਈ, ਮਾਇਆ। ਜਿਹੜੇ ਭਾਈ ਸਾਹਿਬ ਨੇ ਪੂਰੀ ਇਕਾਗਰਤਾ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਤੁਹਾਡੀ ਅਰਜ਼ੋਈ ਪਹੁੰਚਾਣੀ ਸੀ, ਵਿਚਕਾਰ ਆ ਗਈ ਮਾਇਆ। ਭਾਈ ਸਾਹਿਬ ਜੀ ਦੀ ਮਨੋਵਰਤੀ ਕਿੱਥੇ ਚਲੀ ਗਈ, ਮਾਇਆ ਦੇ ਵਿੱਚ। ਤੇ ਅਰਦਾਸ ਤੇ ਕੀਤੀ, ਮਗਰ ਵਿਚਕਾਰ ਜਿਹੜੀ ਦੀਵਾਰ ਬਣ ਗਈ, ਦੀਵਾਰ ਬਣ ਗਈ। ਕਿ ਕੂੜੇ ਟੁੱਟੇ ਪਾਲ, ਰੋਜ਼ ਪੜ੍ਹਦੇ ਹੋ ਨਾ ਤੁਸੀਂ ਜਪਜੀ ਸਾਹਿਬ ਵਿੱਚ, ਕਿ ਕੂੜੇ ਟੁੱਟੇ ਪਾਲ। ਪਾਲ ਦੇ ਅਰਥ ਹੁੰਦੇ ਨੇ ਦੀਵਾਰ। ਇਹ ਝੂਠ ਦੀ ਦੀਵਾਰ ਕਿਸ ਤਰ੍ਹਾਂ ਟੁੱਟੇ, ਕਿਸ ਤਰ੍ਹਾਂ ਹਟੇ ਹੈ ਦੂਰ। ਤੁਸੀਂ ਤੇ ਹੋਰ ਝੂਠ ਦੀ ਦੀਵਾਰ ਵਿਚਕਾਰ ਖਲਾਰ ਦਿੱਤੀ। ਗੁਰਮੁਖੋ ਮੇਰੀ ਬੇਨਤੀ ਹੈ, ਜਦੋਂ ਤੁਸੀਂ ਅਰਦਾਸ ਕਰਾਉਂਦੇ ਹੋ ਭਾਈ ਸਾਹਿਬ ਜੀ ਨੂੰ, ਮਾਇਆ ਦੇਣੀ ਹੈ, ਦਿਓ, ਜ਼ਰੂਰ ਦਿਓ, ਮੁਬਾਰਕ ਹੈ। ਜਾਂ ਤੇ ਅਰਦਾਸ ਤੋਂ ਪਹਿਲੇ ਪਹਿਲੇ ਦੇ ਦਿਓ, ਜਾਂ ਫਿਰ ਦਿਓ ਬਾਅਦ ਵਿੱਚ। ਫਿਰ ਬੇਨਤੀ ਮੇਰੀ, ਕਿਉਂਕਿ ਮੇਰਾ ਵੀ ਇਹੀ ਕੰਮ ਹੈਗਾ, ਮੈਂ ਤਾਂ ਕਰਕੇ ਕਹਿ ਰਿਹਾ ਔਰ ਆਪਣੇ ਉੱਪਰ ਬੀਤਿਆ ਹੋਇਆ ਮੈਂ ਦੱਸ ਰਿਹਾ, ਆਪ ਜੀ ਨੂੰ ਪ੍ਰੈਕਟੀਕਲ ਦੱਸ ਰਿਹਾ। ਜਦੋਂ ਵਿਚਕਾਰ ਮਾਇਆ ਆ ਕੇ ਖਲੋ ਜਾਵੇ, ਤੇ ਉੱਥੇ ਮਹਾਰਾਜ ਨੇ ਆਖਿਆ, ਜਦੋਂ ਬਿਰਤੀ ਦੇ ਵਿਚਕਾਰ ਕੋਈ ਤੀਜਾ ਆ ਕੇ ਖਲੋ ਜਾਵੇ, ਇਕਾਗਰਤਾ ਨਹੀਂ ਬਣਦੀ, ਨਹੀਂ ਬਣਦੀ, ਮਨ ਅਖੰਡ ਨਹੀਂ ਹੁੰਦਾ। ਇਹ ਤੇ ਪਹਿਲੇ ਹੀ ਖੰਡਿਤ ਹੈਗਾ, ਅਖੰਡ ਨਹੀਂ ਹੁੰਦਾ, ਭਾਵ ਇਕਾਗਰ ਨਹੀਂ ਹੁੰਦਾ। ਇਹ ਤੇ ਪਹਿਲੇ ਹੀ ਖੰਡਿਤ ਹੋਇਆ। ਤੇ ਹੁਣ ਖੰਡਿਤ ਮਨ ਦੇ ਨਾਲ ਅਖੰਡ ਗੁਰੂ ਦੇ ਅੱਗੇ ਮੈਂ ਕੀ ਅਰਦਾਸ ਕਰਾਂ, ਵਿਚਕਾਰ ਤੇ ਮਾਇਆ ਆ ਕੇ ਖਲੋ ਗਿਆ। ਉੱਥੇ ਮਹਾਰਾਜ ਨੇ ਬਾਣੀ ਦੇ ਵਿੱਚ ਲਿਖਿਆ, ਹਮ ਤੁਮ ਬੀਚ ਭਇਓ ਨਹੀਂ ਕੋਈ। ਬੋਲੋ ਸਾਰੇ, ਹਮ ਤੁਮ ਬੀਚ ਭਇਓ ਨਹੀਂ ਕੋਈ। ਉੱਥੇ ਦੇ ਵਿਚਕਾਰ ਮਾਇਆ ਆ ਕੇ ਖਲੋ ਗਈ। ਉਹਨੇ ਪਰਦਾ ਪਾ ਦਿੱਤਾ। ਤੁਹਾਡੀ ਅਰਦਾਸ ਕਿਵੇਂ ਗੁਰੂ ਦੇ ਚਰਨਾਂ ਜਾਏ। ਦੂਸਰੀ ਗੱਲ, ਹੁਣ ਦੂਸਰਾ ਨੁਕਤਾ ਸੁਣੋ। ਤੁਸੀਂ ਕਹਿੰਦੇ ਹੋ ਗੁਰੂ ਮੇਰੀ ਅਰਦਾਸ ਨਹੀਂ ਸੁਣਦਾ। ਮੈਂ ਤੇ ਕਦੋਂ ਦੀ ਅਰਦਾਸ ਕਰਦੀ ਪਈ ਹਾਂ, ਗੁਰੂ ਮੇਰਾ ਇਹ ਬੰਧਨ ਕੱਟ ਦੇ, ਮੇਰਾ ਇਹ ਦੁੱਖ ਕੱਟ ਦੇ। ਮੈਂ ਤੇ ਬਹੁਤ ਟਾਈਮ ਤੋਂ ਅਰਦਾਸ ਕਰ ਰਹੀ ਹਾਂ, ਮੇਰੀ ਅਰਦਾਸ ਪ੍ਰਵਾਨ ਹੀ ਨਹੀਂ ਹੁੰਦੀ ਹੈਗੀ। ਮੇਰੀ ਅਰਦਾਸ ਗੁਰੂ ਸੁਣਦਾ ਹੀ ਨਹੀਂ ਹੈਗਾ। ਮੈਂ ਕਿਸ ਤਰ੍ਹਾਂ ਮੰਨਣਾ ਗੁਰੂ ਸੁਣਦਾ ਹੈਗਾ। ਇੱਕ ਨੁਕਤਾ ਧਿਆਨ ਨਾਲ ਸੁਣਨਾ, ਜਦੋਂ ਅਰਦਾਸ ਕਰਨ ਲੱਗਦੇ ਹਾਂ, ਧਿਆਨ ਦੇਣਾ, ਅਰਦਾਸ ਕਿਹਦੇ ਅੱਗੇ ਕਰ ਰਹੇ ਹੋ, ਗੁਰੂ ਦੇ ਅੱਗੇ। ਗੁਰੂ ਕਿੱਥੇ, ਗੁਰੂ ਕਿੱਥੇ, ਉਹ ਤਾਂ ਤੁਹਾਡੇ ਅੰਦਰ ਬੈਠਾ ਹੈ। ਕਿਉਂਕਿ ਸਭ ਮੈਂ ਜੋਤ, ਬੋਲੋ ਨਾ, ਸਭ ਮੈਂ ਜੋਤ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਦੇ। ਉਹ ਤੇ ਤੁਹਾਡੇ ਅੰਦਰ ਹੀ ਬੈਠਾ ਹੈ। ਤੁਸੀਂ ਅਰਦਾਸ ਕਰਨ ਲੱਗੇ ਹੋ ਗੁਰੂ ਦੇ ਅੱਗੇ। ਧਿਆਨ ਦਿਓ, ਹੁਣ ਤੁਸੀਂ ਅਰਦਾਸ ਕਰ ਰਹੇ ਹੋ, ਤੁਹਾਡੇ ਨੇਤਰ ਬੰਦ ਨੇ, ਤੁਸੀਂ ਅਰਦਾਸ ਕਰ ਰਹੇ ਹੋ। ਇੱਧਰ ਤੁਹਾਡੇ ਮੂੰਹ, ਤੁਹਾਡੇ ਬੁੱਲ ਫੜਕ ਰਹੇ ਨੇ, ਤੁਸੀਂ ਕੁਝ ਬੋਲ ਰਹੇ ਹੋ, ਮਗਰ ਦੁਹਾਈ ਨਿਰੰਕਾਰ ਦੀ ਗਲਤੀ ਕਿੱਥੇ ਹੁੰਦੀ ਹੈ, ਇਸ ਗੱਲ ਨੂੰ ਪਕੜਨ ਦੀ ਕੋਸ਼ਿਸ਼ ਕਰਨਾ। ਸਾਡੇ ਕੋਲੋਂ ਗਲਤੀ ਕਿੱਥੇ ਹੁੰਦੀ, ਜਦੋਂ ਅਸੀਂ ਅਰਦਾਸ ਗੁਰੂ ਦੇ ਚਰਨਾਂ 'ਚ ਕਰਦੇ ਹੈਗੇ ਆ ਨਾ, ਜਿਹੜੀ ਅਰਦਾਸ ਗੁਰੂ ਨੇ ਸੁਣਨੀ ਹੈ, ਸਾਡੀ ਅਰਦਾਸ ਕਿਉਂ ਨਹੀਂ ਗੁਰੂ ਦੇ ਚਰਨਾਂ ਤੱਕ ਪਹੁੰਚ ਰਹੀ? ਕਿਉਂ? ਕਾਰਨ ਕੀ ਹੈ? ਜਿਹੜੀ ਅਰਦਾਸ ਮੈਂ ਕਰਦਾ ਪਿਆ,
ध्यान देना, इत्थे मैं शब्द का इस्तेमाल कर रहा। ਜਿਹੜੀ ਅਰਦਾਸ मैं करदा ਪਿਆ, ਇਹ ਅਰਦਾਸ मेरी ਕੀਤੀ ਹੋਈ मेरे ਕੰਨਾਂ तक नहीं पहुँच रही। मेरी ਕੀਤੀ ਹੋਈ ਅਰਦਾਸ मैं ही नहीं सुन रहा। मेरी ਕੀਤੀ ਹੋਈ ਅਰਦਾਸ मेरे ਕੰਨਾਂ तक पहुँच ही नहीं रही। मेरे ਕੰਨਾਂ 'ਚ ਤਾਂ कुछ होर ही चल रहा। मेरे मन ते होर ही कोई फुरने बनाई पे, मेरे मन दे विच ते होर ही ख्याल चलते पे ने, मैं तो कुछ होर ही सोची फिर रहा। इधर मैं अरदास कर रहा, लोग देख रहे हैं तू अरदास कर रहा, संगत वेख रही मैं अरदास कर रहा, मगर दुहाई निरंकार दी मेरी किती अरदास मैं नहीं सुन रहा। लोग वेख रहे ने मगर मैं नहीं सुन रहा। दुहाई निरंकार दी फिर इस गल नूं चंगे तरीके अंदे पीस लेना। जे तुहाडी किती अरदास तुसी नहीं सुनी, समझ लो गुरु ने भी नहीं सुनी, क्योंकि वो तो तुहाडे अंदर ही बैठा सी, सुनन वाला तुहाडे अंदर बैठा सी। तुहाडी किती अरदास तुसी आप नहीं सुनी, गुरु किस तरह सुन लवे। जिस दिन तुहाडी किती हुई अरदास, तुहाडी किती हुई बेनती गुरु ने सुननी है, किस तरह, जे तुसी आप सुन ली, तुसी आप सुन ली, समझ लेना तुहाडे गुरु ने भी तुहाडी फरमाइश सुन ली। तुहाडी अरदास तुहाडे गुरु के कन्ना तक पहुँच गई है। इको ना खोलना पैसा, उच्चारण करो जी, वाहिगुरू 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 वाहिगुरू। मैं उच्चारण किया, तुहाडी कीती अरदास कदन प्रवान होएगी। इस नुकते नूं फड़ना, इस गल नूं चंगे तरीके चिथना। मैं गुरु अगे अरदास कर रहा, मेरी कीती अरदास मेरे कन्ना तक नहीं पहुँच रही, मैं ही नहीं सुन रहा। क्यों? महाराज की बाणी का एक वचन हैगा, मन अंतर बोले सब कोई। बोलो सारे, मन अंतर। देखो ध्यान नाल इस गल नूं समझना। जदों असीं नितनेम का पाठ आरंभ किया, इधर मैं पोथी खोली और मेरे मन ने फुरने बनाने शुरू कर दिते। इधर मेरे नेत्रा ने बाणी के दर्शन करने शुरू किए, मेरा मन गायब हो गया। हुण मेरे मन दे विच फुरने चल रहे हैं, मन लगातार कुछ ना कुछ बोल रहा है, बोल रहा है। इधर मैं दिख रहा, लोग वेख रहे हैं, मैं पाठ कर रहा। एवं ही होंदा, मन दे विच दुनिया जहान दे ख्याल चल रहे हैं, मगर मैं नितनेम कर रहा, मैं बाणी पढ़ रहा, मैं पाठ कर रहा, ख्याल चल रहे हैं। हुण इन्हां ख्यालों दे विच मैं नितनेम किया, कदों समाप्त हो गया नहीं पता चलिया। इतना ही होंदा जी, इतना ही होंदा। असीं नितनेम आरंभ किया, इधर मन ने बोलना शुरू किया। हुण तुसीं एक गल होर ध्यान दिओ, महाराज की बाणी का एक बचन हैगा श्री राग दे विच, श्री राग महला पहला। एक स्वान दोए स्वानी नाल, भलकै भौंकै सदा भयाल, कूर छुड़ा मुठा मुरदार, धानक रूप रहा करता। ਇਹਦੇ ਵੀ ਸਾਹਿਬ ने आख्या, देखो यह बचन मैं बचपन भी सुनिया सी, बचपन विच, और एक महापुरुषों ने इसकी कथा करके सुनाई, मैनू इन्नी चंगी लगी, इन्नी चंगी लगी। यह वचन मैं अपनी जिंदगी पल्ले बनिया, क्योंकि जब तक गल खुले ना तब तक समझ नहीं आती। एक स्वान, स्वान के अर्थ होंगे ने कुत्ता, दोए स्वानी नाल, स्वानी बोलते हैं कुत्तियाँ, भलके अमृत वेले भौंके भौंकना शुरू कर देंदियां ने। इंसान जदों अमृत वेले इहदी अख खुलदी है, उठदा है बिस्तर तो, ते उठदियां सार इहदे अंदर एक लोभ रूपी कुत्ता भौंकना शुरू करदा है। एक कुत्ता भौंकदा है, फिर तुहानूं पता है जदों गली दे विच रात नूं किसी थां ते कोई कुत्ता भौंके
ਕੁਦਰਤ ਦੇ ਵਿੱਚ ਵੇਖਣ ਦੀ ਕੋਸ਼ਿਸ਼ ਕਰੋ, ਜਦੋਂ ਕੁੱਤਾ ਭੌਂਕੇ ਤੇ ਇੱਕ ਕੁੱਤੇ ਦਾ ਭੌਂਕਣਾ ਸੁਣ ਕੇ ਹੋਰ ਕੁੱਤੇ ਵੀ ਭੌਂਕਣਾ ਸ਼ੁਰੂ ਕਰ ਦਿੰਦੇ ਨੇ, ਹੋਰ ਕੁੱਤੇ ਵੀ ਭੌਂਕਦੇ ਨੇ। ਹੁਣ ਬੰਦਾ ਕੀ ਕਰਦਾ ਹੈ, ਜਿਸ ਟਾਈਮ ਕੁੱਤੇ ਭੌਂਕ ਰਹੇ ਹੋਣ, ਦੋ ਬੰਦੇ ਆਪਸ ਦੇ ਵਿੱਚ ਗੱਲ ਕਰਨਾ ਸ਼ੁਰੂ ਕਰਨ, ਇੱਧਰ ਬਾਹਰ ਕੁੱਤੇ ਭੌਂਕ ਰਹੇ ਹੋਣ, ਕੰਨ ਪਾਈ ਆਵਾਜ਼ ਨਹੀਂ ਪੈਂਦੀ ਵੀ ਕੀ ਕਹਿ ਰਹੇ ਨੇ ਭਾਈ ਸਾਹਿਬ। ਤੇ ਅਸੀਂ ਉਸ ਵੇਲੇ ਕੀ ਕਹਾਂਗੇ, ਭਾਈ ਸਾਹਿਬ 2 ਮਿੰਟ ਕੁੱਤੇ ਚੁੱਪ ਹੋ ਜਾਣ, ਆਪਾਂ ਬਾਕੀ ਗੱਲ ਬਾਅਦ ਵਿੱਚ ਕਰਦੇ ਹਾਂ, ਪਹਿਲੇ ਇਹਨਾਂ ਕੁੱਤਿਆਂ ਨੂੰ ਚੁੱਪ ਹੋ ਜਾਣ ਦਿਓ। ਠੀਕ ਇਹੀ ਹਾਲਤ ਮੇਰੇ ਮਨ ਦੀ ਹੈ। ਮੇਰੇ ਮਨ ਦੇ ਵਿੱਚ ਲੋਭ ਰੂਪੀ ਕੁੱਤਾ, ਆਸਾ ਤੇ ਤ੍ਰਿਸ਼ਨਾ ਰੂਪੀ 2 ਕੁੱਤਿਆਂ ਨੇ ਭੌਂਕਣਾ ਸ਼ੁਰੂ ਕਰ ਦਿੱਤਾ। ਮੈਨੂੰ ਇਹ ਚਾਹੀਦਾ, ਇਹ ਚਾਹੀਦਾ, ਇਹ ਚਾਹੀਦਾ, ਹਰ ਵੇਲੇ ਮੰਗ, ਕੋਈ ਨਾ ਕੋਈ ਮੰਗ ਅੰਦਰ ਮਨ ਮੰਗ ਰਿਹਾ। ਇਸ ਤਰ੍ਹਾਂ ਹੀ ਹੁੰਦਾ ਜੀ, ਇਸ ਤਰ੍ਹਾਂ ਹੀ ਹੁੰਦਾ। ਉਚਾਰਨ ਕਰੋ, ਵਾਹਿਗੁਰੂ ਵਾਹਿਗੁਰੂ। ਨਾਲ ਨਾਲ ਮੇਰੇ ਤੁਸੀਂ ਸਾਰਿਆਂ ਨੇ ਕਥਾ ਕਰਨੀ ਹੈ, ਆਪਾਂ ਰਲ ਮਿਲ ਕੇ ਗੱਲ ਕਰਾਂਗੇ। ਕੁੱਤਾ ਨਾਲ ਨਾਲ ਭੌਂਕਦਾ ਹੈ ਤੇ ਨਾਲ ਨਾਲ ਕੁੱਤੀਆਂ ਭੌਂਕ ਰਹੀਆਂ ਨੇ ਮਨ ਦੇ ਵਿੱਚ। ਠੀਕ ਲੋਭ ਰੂਪੀ ਕੁੱਤਾ ਭੌਂਕ ਰਿਹਾ ਹੈ ਤੇ ਆਸਾ ਤੇ ਤ੍ਰਿਸ਼ਨਾ ਰੂਪੀ ਕੁੱਤੀਆਂ ਭੌਂਕ ਰਹੀਆਂ। ਐਸੇ ਸਮੇਂ ਦੇ ਵਿੱਚ ਹੁਣ ਧਿਆਨ ਦਿਓ, ਇੱਧਰ ਕੁੱਤੀਆਂ ਭੌਂਕ ਰਹੀਆਂ ਨੇ, ਇੱਧਰ ਮੈਂ ਪਾਠ ਕਰਨਾ ਸ਼ੁਰੂ ਕੀਤਾ ਹੈਗਾ। ਸ਼ੋਰ ਇੰਨਾ ਹੈ ਇਹਨਾਂ ਕੁੱਤਿਆਂ ਦਾ, ਬਾਣੀ ਕਿਸ ਵੇਲੇ ਸ਼ੁਰੂ ਕੀਤੀ ਪਤਾ ਹੀ ਨਹੀਂ ਚੱਲਦਾ। ਮਨ ਨੇ ਸੁਣਿਆ ਹੀ ਕੋਈ ਨਹੀਂ, ਮਨ ਦੀ ਅਖੰਡਤਾ ਤੇ ਬਣੀ ਕੋਈ ਨਹੀਂ, ਇਕਾਗਰਤਾ ਤੇ ਬਣੀ ਕੋਈ ਨਹੀਂ। ਮਨ ਤੇ ਬੇਚੈਨ ਹੋਇਆ ਪਿਆ। ਕਿਉਂ ਬੇਚੈਨ ਹੋਇਆ ਪਿਆ? ਮਹਾਰਾਜ ਦੀ ਬਾਣੀ ਕਹਿੰਦੀ, ਮਨ ਅੰਤਰ ਬੋਲੇ ਸਭ ਕੋਏ, ਇਤੇ ਮਨ ਮਾਰੇ ਮਿਨ ਭਗਤ ਨਾ ਹੋਏ। ਭਗਤੀ ਨਹੀਂ ਹੋਏਗੀ ਜਦ ਤੱਕ ਇਸ ਮਨ ਦੀ ਮੌਤ ਨਹੀਂ ਹੁੰਦੀ। ਦੁਆਈ ਨਿਰੰਕਾਰ ਦੀ ਅਸੀਂ ਗੁਰਦੁਆਰੇ ਆਉਂਦੇ ਹਾਂ ਬਚਪਨ ਤੋਂ ਲੈ ਕੇ ਜਵਾਨੀ, ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਅਸੀਂ ਰੋਜ਼ ਗੁਰਦੁਆਰੇ ਆਉਂਦੇ ਹਾਂ। ਇੱਕ ਦਿਨ ਸਾਡਾ ਸਰੀਰ ਖਤਮ ਹੋ ਜਾਂਦਾ, ਬੰਦਾ ਮੁੱਕ ਜਾਂਦਾ, ਬੰਦਾ ਮੁੱਕ ਜਾਂਦਾ, ਬੰਦੇ ਦੀ ਤੇ ਸਮਾਪਤੀ ਹੋ ਜਾਂਦੀ ਹੈ, ਬੰਦੇ ਦਾ ਤੇ ਭੋਗ ਪੈ ਜਾਂਦਾ। ਇਸ ਮਨ ਦਾ ਭੋਗ ਕੋਈ ਨਹੀਂ ਪੈਂਦਾ, ਬੰਦੇ ਦਾ ਭੋਗ ਪੈ ਜਾਂਦਾ। ਇਹ ਮਨ ਤੇ ਲਗਾਤਾਰ ਭੋਗੀ ਜਾ ਰਿਹਾ, ਕੁਛ ਨਾ ਕੁਛ ਦੇਖ ਲਓ ਤੁਸੀਂ ਆਰਾਮ ਨਾਲ, ਇਕਾਂਤ ਨਾਲ, ਕਿਸੇ ਦਿਨ ਆਪਣੇ ਆਪ ਨਾਲ ਤੁਸੀਂ ਸੈਲਫ ਜਸਟੀਫਾਈ ਕਰਕੇ ਬੈਠੋ, ਆਪਣੇ ਆਪ ਨਾਲ ਨਿਆਂ ਕਰੋ। ਆਪਣੇ ਆਪ ਨਾਲ ਨਿਆਂ ਕੀ ਹੈ? ਪੂਰੇ ਇਕਾਂਤ ਵਿੱਚ 5 ਮਿੰਟ ਵਾਸਤੇ ਇਕੱਲੇ ਹੋ ਕੇ ਬੈਠੋ। ਤੁਹਾਡੇ ਕੋਲ ਨਾ ਟੀਵੀ ਹੋਵੇ, ਨਾ ਮੋਬਾਈਲ ਹੋਵੇ, ਨਾ ਕੋਈ ਮੈਗਜ਼ੀਨ ਹੋਵੇ, ਨੇਤਰ ਬੰਦ ਕਰਕੇ ਇਕਾਂਤ ਵਿੱਚ ਬੈਠ ਜਾਓ। ਤੁਹਾਨੂੰ ਕੋਈ ਟੱਚ ਨਾ ਕਰੇ, ਤੁਹਾਨੂੰ ਕੋਈ ਬੁਲਾਵੇ ਨਾ। 5 ਮਿੰਟ ਵਿੱਚ ਆਪਣੇ ਮਨ ਦੀ ਹਾਲਤ ਦੇਖਣਾ ਤੁਸੀਂ, ਤੇ ਤੁਹਾਡੇ ਮਨ ਦੀ ਹਾਲਤ ਕੀ ਹੈ। ਇਹ ਆਪਣੇ ਆਪ ਨੂੰ ਜਸਟੀਫਾਈ ਕਰਨ ਦਾ ਤਰੀਕਾ ਹੈਗਾ, ਢੰਗ ਹੈਗਾ, ਜੁਗਤੀ ਹੈਗੀ। ਮੇਰਾ ਮਨ ਭੌਂਕ ਰਿਹਾ, ਲਗਾਤਾਰ ਭੌਂਕ ਰਿਹਾ। ਇੱਥੇ ਮੈਂ ਆਇਆ ਸ਼ਾਂਤੀ ਦੀ ਤਲਾਸ਼ ਵਿੱਚ, ਸਕੂਨ ਦੀ ਤਲਾਸ਼ ਵਿੱਚ। ਗੁਰਦੁਆਰੇ ਕਿਸ ਵਾਸਤੇ ਆਏ ਹਾਂ ਅਸੀਂ? ਗੁਰਦੁਆਰੇ ਆਉਣ ਦਾ ਪਰਪਸ ਕੀ ਹੈ? ਬਈ ਸਾਡੇ ਅਸ਼ਾਂਤ ਮਨ ਨੂੰ ਕਿਤੇ ਸ਼ਾਂਤੀ ਮਿਲ ਜਾਵੇ। ਅਸੀਂ ਬੜੀ ਆਸਾਨੀ ਨਾਲ ਇਹ ਬਚਨ ਤੇ ਪੜ੍ਹਤਾ, ਬਈ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨਿੱਕੀ ਖਟਾਨੀ। ਇੱਥੇ ਬੜੇ ਆਸਾਨੀ ਨਾਲ ਰਾਗੀ ਸਿੰਘਾਂ ਨੇ ਪੜ੍ਹਿਆ, ਨਾਲ ਮੈਂ ਵੀ ਪੜ੍ਹ ਦਿੱਤਾ। ਨਾ ਪਤਾ ਚੱਲਿਆ ਇਹਨੇ ਵਿੱਚ ਕੀ ਰਾਜ ਚੱਲ ਰਿਹਾ ਹੈ। ਤਨ ਤੇ ਤੇਰਾ ਹੈਗਾ, ਮਨ ਤੇ ਤੇਰਾ ਹੈਗਾ, ਮਗਰ ਤੇਰਾ ਹੋ ਕੇ ਵੀ ਤੇਰਾ ਹੈ। ਮਹਿਸੂਸ ਕਰੋ ਇਸ ਗੱਲ ਨੂੰ। ਇਹ ਮਨ ਮੇਰਾ ਹੈ, ਮੇਰੇ ਕਹਿਣੇ ਵਿੱਚ ਹੈਗਾ। ਧਿਆਨ ਦਿਓ। ਹੁਣ ਤੁਸੀਂ ਇੱਕ ਦੂਜਾ ਨੁਕਤਾ ਆਪ ਜੀ ਦੇ ਅੱਗੇ ਰੱਖਾਂ। ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋ, ਕਿਤੇ ਤੁਹਾਡੇ ਜਾਣ ਦੀ ਕੋਈ ਤਿਆਰੀ ਚੱਲ ਰਹੀ ਹੈ, ਬਈ ਤੁਸੀਂ 10 ਦਿਨ ਬਾਅਦ ਕਿਤੇ ਜਾਣਾ ਹੈ, ਬਾਹਰ ਜਾਣਾ ਹੈ। ਤੇ ਜਦੋਂ ਬਾਹਰ ਜਾਣਾ ਹੁੰਦਾ ਹੈ ਬੰਦੇ ਨੇ, ਤੇ 10 ਦਿਨ ਤਿਆਰੀਆਂ ਸ਼ੁਰੂ ਕਰਦਾ ਹੈ। ਸਮਾਨ ਇਕੱਠਾ ਕਰਨਾ, ਇਹ ਲੈ ਉਹ ਲੈ, ਬੜਾ ਕੁਝ ਇਕੱਠਾ ਕਰਦਾ ਹੈਗਾ, ਤਿਆਰੀਆਂ ਕਰਦਾ ਹੈ। ਜਿਗਿਆਸਾ ਹੁੰਦੀ ਹੈ, ਐਕਸਾਈਟਿੰਗ ਹੁੰਦੀ ਹੈ, ਬਈ ਮੈਂ ਜਾਣਾ ਹੈਗਾ। ਪਰਿਵਾਰ ਦਾ ਹਰ ਮੈਂਬਰ ਤਿਆਰ ਹੁੰਦਾ ਹੈਗਾ, ਹਾਂ ਬਈ ਅਸੀਂ ਤਿਆਰੀ ਕਰ ਰਹੇ ਹਾਂ, ਜਾਣਾ ਹੈ। ਤੇ ਜਿੱਦਣ ਜਾਣ ਦੀ ਤਰੀਕ ਆਉਂਦੀ ਹੈਗੀ ਹੈ, ਉਸ ਵੇਲੇ ਜਦੋਂ ਜਾਣ ਨੂੰ ਬਿਲਕੁਲ ਬਾਹਰ ਨਿਕਲਣ ਲੱਗਦੇ ਨੇ ਪਰਿਵਾਰ ਦੇ ਮੈਂਬਰ, ਤੇ ਜਿਹੜੇ ਪਿੱਛੇ ਹੁੰਦੇ ਨੇ ਸਾਰਿਆਂ ਨੂੰ ਫਤਿਹ ਬੁਲਾਉਂਦੇ ਨੇ, ਅੱਛਾ ਜੀ ਚੱਲੇ ਹਾਂ ਜੀ, ਇਜਾਜ਼ਤ ਬਖਸ਼ੋ ਜੀ, ਹੁਣ ਚੱਲੀਏ ਆਪਾਂ। ਤੇ ਸਾਰੇ ਫਿਰ ਜਿਹੜੇ ਘਰ ਦੇ ਵੱਡੇ ਵਡੇਰੇ ਉਹਨਾਂ ਨੂੰ ਕਹਿੰਦੇ ਚਲੋ ਧਿਆਨ ਰੱਖਿਓ, ਆਰਾਮ ਨਾਲ ਜਾਇਓ, ਪਹੁੰਚ ਕੇ ਫੋਨ ਵੀ ਕਰਿਓ। ਇਸ ਤਰ੍ਹਾਂ ਹੀ ਹੁੰਦਾ ਜੀ, ਇਸ ਤਰ੍ਹਾਂ ਹੀ ਹੁੰਦਾ। ਹੁਣ ਧਿਆਨ ਦਿਓ, ਤੁਸੀਂ ਬਾਣੀ ਪੜ੍ਹਨੀ ਆਰੰਭ ਕੀਤੀ ਹੈ, ਤੁਸੀਂ ਪਾਠ ਕਰਨਾ ਨਾਲ ਨਾਲ ਬੋਲੋ ਨਾ, ਆਰੰਭ ਕੀਤਾ। ਹੁਣ ਤੁਹਾਡਾ ਮਨ ਤੁਹਾਡਾ ਹੀ ਹੈ ਨਾ, ਮੇਰਾ ਤੇ ਨਹੀਂ ਨਾ। ਹੁਣ ਮਨ ਮੇਰਾ ਹੈ, ਮੈਂ ਪਾਠ ਕਰਨਾ ਸ਼ੁਰੂ ਕੀਤਾ, ਇਹਨੇ ਮੇਰੇ ਕੋਲੋਂ ਕੋਈ ਇਜਾਜ਼ਤ ਨਹੀਂ ਲਈ, ਮੈਂ ਜਾ ਰਿਹਾ ਹੈਗਾ ਜੀ। ਮਨ ਮੇਰਾ ਹੈ, ਕੋਈ ਤਿਆਰੀ ਨਹੀਂ ਕੀਤੀ ਇਹਨੇ ਜਾਣ ਤੋਂ ਪਹਿਲੇ। 1 ਸੈਕਿੰਡ ਦੇ ਵੀ ਸਲਿੱਪ ਹੋ ਗਿਆ, 1 ਸੈਕਿੰਡ ਦੇ ਵੀ 10ਵੇਂ ਹਿੱਸੇ ਜੋ ਹੈ ਭੱਜ ਗਿਆ, ਔਰ ਮੇਰੇ ਕੋਲੋਂ ਕੋਈ ਇਜਾਜ਼ਤ ਨਹੀਂ ਲਈ। ਹੁਣ ਇਤਨਾ ਤੀਕਸ਼ਣ ਮਨ ਹੈ ਇਹ, ਦੁਨੀਆ ਦੇ
ਸੰਤਾਂ ਮਹਾਂਪੁਰਸ਼ਾਂ ਦਾ ਇਹ ਕਹਿਣਾ ਹੈ, ਅਸੀਂ ਗੁਰਦੁਆਰੇ ਆਉਂਦੇ ਹਾਂ, ਆਉਣ ਦਾ ਮਕਸਦ ਕੀ ਹੈ? ਮੈਂ ਇੱਥੋਂ ਹੀ ਗੱਲ ਸ਼ੁਰੂ ਕੀਤੀ ਸੀ। ਸਾਡੇ ਗੁਰਦੁਆਰੇ ਆਉਣ ਦਾ ਮਕਸਦ ਕੀ ਹੈ? ਇੱਥੇ ਆਉਣਾ, ਬਾਣੀ ਸੁਣਨਾ, ਕਥਾ ਸੁਣਨੀ, ਕੀਰਤਨ ਸੁਣਨਾ, ਬਾਣੀ ਪੜ੍ਹਨੀ, ਇਹ ਸਾਰਾ ਕੁਝ ਹੈ ਮਨ ਦੀ ਸਾਧਨਾ। ਇਹ ਕੀ ਹੈ ਸਾਰਾ? ਗੱਜ ਕੇ ਬੋਲੋ, ਮਨ ਦੀ ਸਾਧਨਾ ਹੈ। ਕੋ ਬਾਣੀ ਕਹਿੰਦੀ ਹਾਂ ਇਹ ਸਭ ਕੁਝ ਮਨ ਦੀ ਸਾਧਨਾ ਹੈ। ਮਨ ਸਾਧੇ ਸਿੱਧ ਹੋਏ। ਤੁਸੀਂ ਆਉਂਦੇ ਹੋ, ਬਾਣੀ ਪੜ੍ਹਦੇ ਹੋ, ਸਭ ਕੁਝ ਕਰਦੇ ਹੋ ਮਨ ਨੂੰ ਸਾਧਨ ਵਾਸਤੇ। ਮਨ ਦੀ ਸਾਧਨਾ ਹੈਗੀ ਇਹ। ਕਥਾ ਕੀਰਤਨ ਸੁਣਨਾ ਕੰਨ ਦਾ ਵਿਸ਼ੇ ਨਹੀਂ ਹੈਗਾ ਕਿ ਬਈ ਸੁਣ ਲਿਆ ਤੇ ਗੁਨਗੁਣਾ ਲਿਆ, ਚਲੋ ਜੀ ਇੱਧਰ ਪ੍ਰਸ਼ਾਦ ਮਿਲਿਆ, ਚਲੋ ਜੀ ਘਰ ਜਾਂਦੇ ਹਾਂ ਹੁਣ ਨਾ। ਇਹ ਮਨ ਦੀ ਸਾਧਨਾ ਹੈ। ਮਨ ਦੇ ਉੱਤੇ ਪਹਿਰਾ ਦੇਣਾ ਹੈ ਤੁਸੀਂ। ਤੁਹਾਡਾ ਮਨ ਤੁਹਾਡੇ ਕਾਬੂ 'ਚ ਕਿਉਂ ਨਹੀਂ ਹੈ ਭਾਈ? ਮਨ ਮੇਰਾ ਹੈ, ਧਿਆਨ ਨਾਲ ਸੁਣ ਰਹੇ ਹੋ ਭਾਈ ਸਾਹਿਬ ਜੀ, ਮਨ ਮੇਰਾ ਹੈ, ਮੇਰੇ ਕਾਬੂ 'ਚ ਨਹੀਂ। ਅਸੀਂ ਗੁਰਦੁਆਰੇ ਆਉਂਦੇ ਹਾਂ, ਗੁਰੂ ਦਾ ਉਪਦੇਸ਼ ਸੁਣਦੇ ਹਾਂ। ਉਪਦੇਸ਼ ਸੁਣਨ ਦਾ ਲਾਭ ਤਾਂ ਹੈ ਜੇ ਇਹਦੇ ਉੱਤੇ ਪਹਿਰਾ ਦੇਣਾ ਅੱਜ ਤੋਂ ਸ਼ੁਰੂ ਕਰੀਏ ਆਪਾਂ। ਦੇਖੋ ਜਿਹੜੀ ਕਮੀ ਹੁੰਦੀ ਨਾ, ਇੱਕ ਬਿਜ਼ਨਸਮੈਨ ਨੂੰ ਪਤਾ ਮੇਰੇ ਵਪਾਰ ਘਾਟੇ ਜਾ ਰਿਹਾ ਤੇ ਮੈਂ ਇਹਦੇ ਉੱਤੇ ਧਿਆਨ ਦਿਆਂ ਵੀ ਕਿਉਂ ਘਾਟੇ ਜਾ ਰਿਹਾ। ਪੂਰੀ ਮਿਹਨਤ ਵੀ ਕਰ ਰਿਹਾ, ਮੈਂ ਸਾਰੀ ਜ਼ਿੰਦਗੀ ਹੋ ਗਈ ਮਿਹਨਤ ਕਰਦੇ ਹੋਏ, ਫਿਰ ਵੀ ਲਾਭ ਨਹੀਂ ਹੋ ਰਿਹਾ ਦੁਕਾਨ ਦੇ ਉੱਤੇ, ਘਾਟੇ 'ਚ ਕਿਉਂ ਜਾਂਦੀ ਹੈ? ਹਰ ਸਾਲ ਮੈਂ ਵੇਖਦਾ ਲੱਖ ਰੁਪਇਆ ਪਿੱਛੇ ਘਾਟਾ ਜਾ ਰਿਹਾ ਹੈਗਾ, ਹਰ ਸਾਲ ਮੈਨੂੰ ਘਾਟਾ ਜਾ ਰਿਹਾ ਹੈਗਾ। ਤੇ ਉਹ ਜਿਹੜਾ ਬੰਦੇ ਨੂੰ ਘਾਟਾ ਪੈ ਰਿਹਾ ਹੋਵੇ ਉਹ ਸੋਚਣ ਨੂੰ ਮਜਬੂਰ ਹੋ ਜਾਏਗਾ ਵੀ ਜਾਂ ਤਾਂ ਮੈਂ ਕੰਮ ਬਦਲਾਂ, ਨਹੀਂ ਤੇ ਫਿਰ ਮੈਂ ਕੰਮ ਦੇ ਨਾਲ ਕੋਈ ਸਕੀਮ ਲਗਾਵਾਂ। ਹੁਣ ਤੁਹਾਨੂੰ ਪਤਾ ਹੈ ਨਾ, ਤੁਸੀਂ ਮੋਲਾਂ ਵਿੱਚ ਜਾਂਦੇ ਹੋ, ਬਾਈ 1 ਗੈਟ 1 ਸਕੀਮਾਂ ਚੱਲਦੀਆਂ ਨੇ। ਉਹ ਇਸ ਕਰਕੇ ਚੱਲਦੀਆਂ ਨੇ ਬਈ ਇੱਕ ਤਰੀਕੇ ਨਾਲ ਕੰਮ ਨਹੀਂ ਚੱਲਿਆ, ਦੂਜਾ ਤਰੀਕਾ ਅਪਣਾਓ ਭਾਈ, ਕਿਸੇ ਤਰੀਕੇ ਕੰਮ ਰਿੜੇ, ਕਿਸੇ ਤਰੀਕੇ ਕੰਮ ਚੱਲੇ। ਤੇ ਯਾਰ ਜੇ ਇੱਕ ਬਿਜ਼ਨਸਮੈਨ ਬੰਦਾ ਆਪਣੇ ਕੰਮ ਨੂੰ ਚਲਾਉਣ ਵਾਸਤੇ ਇੰਨੀਆਂ ਤਰਕੀਬਾਂ ਅਪਣਾ ਸਕਦਾ ਹੈ, ਤੇ ਸਾਨੂੰ ਜੇ ਇੱਕ ਤਰੀਕੇ ਨਾਲ ਆਨੰਦ ਨਹੀਂ ਆਇਆ, ਰਸ ਨਹੀਂ ਬਣਿਆ, ਖੇੜਾ ਨਹੀਂ ਬਣਿਆ, ਮਨ ਸਾਡਾ ਨਹੀਂ ਟਿਕਿਆ, ਤਾਂ ਦੂਜੀ ਤਰੀਕਾ ਅਪਣਾਉਣ ਦੀ ਕੋਸ਼ਿਸ਼ ਕਰੋ। ਦੂਜੇ ਤਰੀਕੇ ਨਾਲ ਨਹੀਂ ਬਣਿਆ, ਤੀਜਾ ਤਰੀਕਾ ਅਪਣਾਓ। ਕਿਸੇ ਤਰੀਕੇ ਇਸ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰੋ, ਕਿਸੇ ਤਰੀਕੇ ਨਾਲ ਇਹਦੇ ਉੱਤੇ ਆਨੰਦ ਆਉਣ ਦੀ ਕੋਸ਼ਿਸ਼ ਕਰੋ, ਰਸ ਲਿਆਉਣ ਦੀ ਕੋਸ਼ਿਸ਼ ਕਰੋ। ਜਿੱਤੇ ਬਾਰੇ ਬਾਣੀ ਕਹਿ ਰਹੀ ਹੈ ਕਿ ਬਾਣੀ ਦੇ ਵਿੱਚ ਰਸ ਭਰਪੂਰ ਹੈ, ਇਹ ਅੰਮ੍ਰਿਤ ਭਰਪੂਰ ਬਾਣੀ ਹੈ। ਜਿਹਨੂੰ ਤੁਸੀਂ ਮੱਥਾ ਟੇਕਣ ਰੋਜ਼ ਆ ਰਹੇ ਹੋ ਗੁਰਦੁਆਰੇ, ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਰੱਖੇ ਨੇ 2 ਦਿਨ ਦੇ, ਮਗਰ ਉਸ ਤੋਂ ਪਹਿਲੇ ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਅਸੀਂ ਤਾਂ ਤੁਰੀਏ, ਪਹਿਲੇ ਅਸੀਂ ਆਪਣੀ ਕਮਜ਼ੋਰੀ ਵੱਲ ਵੇਖੀਏ ਵੀ ਸਾਡੀ ਕਮਜ਼ੋਰੀ ਕੀ ਬਣ ਚੁੱਕੀ ਹੈ। ਗੁਰਦੁਆਰੇ ਅਸੀਂ ਰੋਜ਼ ਆ ਰਹੇ ਹਾਂ, ਆਉਣ ਦੇ ਬਾਵਜੂਦ ਜਿਸ ਤਰ੍ਹਾਂ ਆ ਰਹੇ ਹਾਂ ਉਸ ਤਰ੍ਹਾਂ ਹੀ ਜਾ ਰਹੇ ਹਾਂ। ਇੱਕ ਗੱਲ ਧਿਆਨ ਦਿਓ, ਬਾਹਰ ਬੜਾ ਮੀਂਹ ਪੈ ਰਿਹਾ ਹੋਵੇ, ਤੇ ਮੈਂ ਸੁੱਕਾ ਹੀ ਨਿਕਲ ਜਾਵਾਂ ਤੇ ਲੋਕੀ ਹੈਰਾਨ ਨਹੀਂ ਹੋਣਗੇ ਬਈ ਮੀਂਹ ਇੰਨਾ ਪਿਆ, ਤੇਰੇ ਉੱਤੇ ਇੱਕ ਛਿੱਟ ਨਹੀਂ ਪਈ ਯਾਰ, ਤੇਰੇ ਉੱਤੇ ਇੱਕ ਵੀ ਛਿੱਟ ਨਹੀਂ ਪਈ, ਗਜਬ ਦੀ ਗੱਲ ਹੈ ਯਾਰ, ਕੀ ਕੀਤਾ ਤੂੰ ਇਸ ਤਰ੍ਹਾਂ? ਇੰਨਾ ਰਹਿਮਤਾਂ ਦਾ ਮੀਂਹ ਹੈਗਾ। ਮੈਂ ਪਰਸੋਂ ਦੇ ਦੀਵਾਨ ਦੇ ਵਿੱਚ ਇੱਕ ਥਾਂ ਦੇ ਇਹ ਗੱਲ ਕਹੀ ਸੀ। ਹਾਂ, ਜਦੋਂ ਤੁਸੀਂ ਗੁਰਦੁਆਰੇ ਆਉਂਦੇ ਹੋ ਧਿਆਨ ਦੇਣਾ, ਇੱਥੇ ਦਾ ਵਾਈਬ੍ਰੇਸ਼ਨ, ਇੱਥੇ ਦੀ ਆਬੋ ਹਵਾ ਕੁਝ ਹੋਰ ਹੈ। ਮਹਿਸੂਸ ਕਰਕੇ ਵੇਖ ਲੈਣਾ ਜੇ ਨਹੀਂ ਕਦੀ ਮਹਿਸੂਸ ਕੀਤੀ। ਇਹ ਦਰਵਾਜ਼ੇ ਤੋਂ ਬਾਹਰ ਜਾਓਗੇ ਨਾ, ਉੱਧਰ ਦੀ ਵਾਈਬ੍ਰੇਸ਼ਨ ਕੁਝ ਹੋਰ ਹੁੰਦੀ। ਜਦੋਂ ਗੁਰਦੁਆਰੇ ਆਓ, ਇੱਥੇ ਦੀ ਵਾਈਬ੍ਰੇਸ਼ਨ ਕੁਝ ਹੋਰ ਹੈ। ਇੱਥੇ ਆਓਗੇ ਤੁਹਾਨੂੰ ਸਕੂਨ ਮਿਲੇਗਾ, ਤੁਸੀਂ ਸਕੂਨ ਮਹਿਸੂਸ ਕਰੋਗੇ। ਬਾਹਰ ਜਾਓਗੇ ਮਨ ਬੇਚੈਨ ਹੁੰਦਾ ਹੈ। ਹੁਣ ਤੁਸੀਂ ਗੁਰਦੁਆਰੇ ਆਏ ਹੋ, ਇੱਥੇ ਆਉਣ ਦਾ ਲਾਭ ਤਾਂ ਹੈ ਜੇ ਅਸੀਂ ਗੁਰਦੁਆਰੇ ਆ ਕੇ ਵੀ ਖਾਲੀ ਚਲੇ ਗਏ, ਸੁੱਕੇ ਚਲੇ ਗਏ, ਬਾਣੀ ਦੇ ਛਿੱਟੇ ਸਾਡੇ ਉੱਤੇ ਨਹੀਂ ਪਏ, ਤੇ ਫਿਰ ਮਹਾਰਾਜ ਦੀ ਬਾਣੀ ਪਤਾ ਕੀ ਕਹਿੰਦੀ ਹੈ? ਕਬੀਰ ਮਾਰਗ ਮੋਤੀ ਬਿਥਰੇ ਅੰਧ ਪਰੇ ਤਿਸਮਾਏ। ਰਾਮ ਦੇ ਨਾਮ ਦੇ ਮੋਤੀ ਮਾਰਗ ਦੇ ਵਿੱਚ ਬਿਖਰੇ ਪਏ ਨੇ, ਮਗਰ ਮੈਨੂੰ ਨਜ਼ਰ ਹੀ ਨਹੀਂ ਆ ਰਹੇ। ਅੰਧਾ ਨਿਕਸਿਓ ਜਾਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾ। ਮੈਂ ਆਇਆ ਤੇ ਹਾਂ, ਇੱਥੇ ਕਥਾ ਕੀਰਤਨ ਹੋ ਰਹੀ ਹੈ, ਗੁਰੂ का ਅੰਮ੍ਰਿਤਮਈ ਸ਼ਬਦ ਚੱਲਿਆ, ਮਗਰ ਮੈਨੂੰ ਪਹਿਚਾਣ ਹੀ ਕੋਈ ਨਹੀਂ ਹੈਗੀ। ਕਿੰਨੇ ਕੀਮਤੀ ਬਚਨ ਚੱਲ ਰਹੇ ਨੇ, ਕਿਤਨੇ ਕੀਮਤੀ ਇਹ ਬਾਣੀ ਦੇ ਬਚਨ ਚੱਲ ਰਹੇ ਨੇ, ਮੈਨੂੰ ਕਦਰ ਹੀ ਕੋਈ ਨਹੀਂ, ਮੈਨੂੰ ਪਤਾ ਹੀ ਕੋਈ ਨਹੀਂ ਬਈ ਬਾਣੀ ਦੇ ਇੰਨੇ ਕੀਮਤੀ ਬਚਨ ਚੱਲ ਰਹੇ ਸਨ। ਮੈਂ ਐਵੇਂ ਹੀ ਸੁੱਕਾ ਨਿਕਲ ਗਿਆ। ਔਰ ਗਜਬ ਦੀ ਗੱਲ, ਬੰਦੇ ਦੀ ਸਾਰੀ ਜ਼ਿੰਦਗੀ ਵੀ ਨਿਕਲ ਜਾਂਦੀ, ਫਿਰ ਵੀ ਨਹੀਂ ਪਤਾ ਚੱਲਦਾ। ਕਈ ਬੰਦੇ ਐਸੇ ਮਿਲਦੇ ਨੇ ਜਿਹੜੇ ਹਾਸੋਹੀਣੀਆਂ ਗੱਲਾਂ ਕਰਦੇ ਨੇ, ਹਾਸੋਹੀਣੀਆਂ। ਸਾਰਾ ਜ਼ਿੰਦਗੀ ਗੁਰਦੁਆਰੇ ਆਉਂਦੇ ਨੇ, ਫਿਰ ਵੀ ਹਾਸੋਹੀਣੀਆਂ ਗੱਲਾਂ ਕਰਦੇ ਨੇ। ਇੱਕ ਬੰਦਾ ਮੈਨੂੰ ਕਹਿੰਦਾ, ਜੰਮੂ ਦੇ ਵਿੱਚ, ਕਾਸ਼ਮੀਰ ਔਰ ਜੰਮੂ ਦੇ ਵਿਚਕਾਰ ਇੱਕ ਜਗ੍ਹਾ ਪੈਂਦੀ ਹੈਗੀ ਰਾਮਬਨ, ਉੱਥੇ ਇੱਕ ਵਾਰੀ ਮੈਂ ਗਿਆ ਤੇ ਉੱਥੇ ਮੈਨੂੰ ਚਲੋ ਕਥਾ ਕੀਰਤਨ ਜੋ ਸਾਹਿਬ ਨੇ ਬਚਨ ਕਰਾਏ, ਉਸ ਤੋਂ ਬਾਅਦ ਮੈਨੂੰ ਇੱਕ ਬੀਬੀ ਰਾਣੀ ਸਵਾਲ ਕਰਦੀ ਹੈ, ਕਹਿੰਦੇ ਜੀ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਮੈਨੂੰ ਕਿ ਭਈ ਜਦੋਂ ਗੁਰਦੁਆਰੇ ਅਸੀਂ ਆਉਂਦੇ ਹਾਂ, ਸਵੇਰੇ ਉੱਠਦੇ ਹਾਂ,
ਤੇ ਅਸੀਂ ਰਾਮ ਦਾ ਨਾਮ ਵਾਹਿਗੁਰੂ ਜਪਣਾ ਹੈਗਾ, ਇਹ ਗੱਲ ਦਾ ਜਵਾਬ ਦਿਓ ਜੀ। ਉਸ ਵੇਲੇ ਪੇਸਟ ਕਰੀਏ ਜਾਂ ਬਿਨਾਂ ਪੇਸਟ ਦੀ ਕਰ ਲਿਆ ਕਰੀਏ? ਪੇਸਟ ਕਰਕੇ ਨਾਮ ਜਪਿਆ ਕਰੀਏ ਜਾਂ ਬਿਨਾਂ ਪੇਸਟ ਦੇ ਹੀ ਜਪ ਲਿਆ? ਹੁਣ ਇਸ ਤਰ੍ਹਾਂ ਦੀਆਂ ਗੱਲਾਂ ਲੋਕੀ ਕਰਦੇ ਨੇ। ਪਰਮੇਸ਼ਵਰ ਦਾ ਨਾਮ ਜਪਣਾ ਤੁਹਾਡੇ ਮਨ ਦੀ ਅਵਸਥਾ ਵਾਸਤੇ ਹੈਗਾ, ਤਨ ਦੀ ਅਵਸਥਾ ਵਾਸਤੇ ਨਹੀਂ ਹੈ, ਮਨ ਦੀ ਅਵਸਥਾ ਹੈ। ਉਹ ਮਹਾਰਾਜ ਦੀ ਬਾਣੀ ਤੇ ਕਹਿੰਦੀ ਹੈ, 8 ਪਹਿਰ ਪ੍ਰਭ ਧਿਆਏ ਤੂੰ, 8 ਪਹਿਰ ਇੱਕ ਦਮ ਦਮ ਸਦਾ ਸੰਭਾਲਦਾ। ਹੁਣ ਇਹਦਾ ਕੀ ਅਰਥ ਹੈ? ਪਹਿਲੇ ਫਿਰ ਇਹਦਾ ਜਵਾਬ ਦਿਓ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਬਈ ਦਮ ਦਮ ਸਦਾ ਸੰਭਾਲਦਾ, ਦੂਜੇ ਪਾਸੇ ਕਹਿ ਰਹੇ ਹੋ ਬਈ ਮੈਂ ਪੇਸਟ ਕਰਨਾ ਪਹਿਲੇ। ਸਮਝ ਰਹੇ ਹੋ ਨਾ ਜੀ? ਸਮਝ ਰਹੇ ਹੋ? ਇੱਕ ਪਾਸੇ ਮੈਂ ਬਾਣੀ ਪੜ੍ਹ ਰਿਹਾ, ਨਾਮ ਜਪਣ ਦੀ ਕੋਸ਼ਿਸ਼ ਕਰ ਰਿਹਾ, ਤੇ ਦੂਜੇ ਪਾਸੇ ਮਨ ਵਿੱਚ ਸ਼ੰਕਾ ਵੀ ਰੱਖੀ ਜਾ ਰਿਹਾ, ਸ਼ੰਕਾ ਵੀ ਰੱਖੀ ਜਾ ਰਿਹਾ। ਅਰੇ ਪੂਰੇ ਗੁਰੂ ਕੋਲੋਂ ਪੁੱਛੋ ਭਾਈ, ਜਿਨ੍ਹਾਂ ਦੇ ਕੋਲ ਆਏ ਹੋ ਤੁਸੀਂ, ਇਹਨਾਂ ਨੇ ਕੁਛ ਨਹੀਂ ਲੁਕਾਇਆ ਹੈਗਾ, ਕੁਛ ਵੀ ਨਹੀਂ ਛੁਪਾਇਆ ਸਾਡੇ ਕੋਲੋਂ। ਅਸੀਂ ਜੋ ਕਰ ਰਹੇ ਹਾਂ ਗੁਰੂ ਜਾਣਦਾ, ਔਰ ਮੇਰੀ ਭਾਵਨਾ ਕਿਤਨੀ ਹੈਗੀ ਇਹ ਵੀ ਗੁਰੂ ਜਾਣਦਾ ਹੈ। ਧਿਆਨ ਦਿਓ, ਮੈਂ ਤੁਹਾਡੇ ਕੋਲੋਂ ਛੁਪਾ ਲਾਂਗਾ ਕਥਾ ਕਰਦੇ ਹੋ ਜਾਂ ਮੇਰੇ ਮਨ ਵਿੱਚ ਕੀ ਚੱਲ ਰਿਹਾ ਤੁਹਾਨੂੰ ਨਹੀਂ ਪਤਾ ਨਾ, ਮਗਰ ਗੁਰੂ ਦੇ ਪ੍ਰਥਾਈ ਇਹ ਬਚਨ ਆਉਂਦੇ ਨੇ, ਘਟ ਘਟ ਕੇ, ਗੱਜ ਕੇ ਬੋਲੋ, ਘਟ ਘਟ ਕੇ। ਇਹਦੇ ਕੀ ਅਰਥ ਹੁੰਦਾ ਹੈ? ਉਹ ਸਾਰਿਆਂ ਦੇ ਅੰਦਰ ਦੀਆਂ ਜਾਣਨ ਵਾਲਾ, ਸਾਰਿਆਂ ਦੇ ਅੰਦਰ ਦੀਆਂ ਜਾਣਨ ਵਾਲਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਪੁੱਛੋ ਜਰਾ, ਉਹ ਆਪਣੀ ਬਾਣੀ ਇਸ ਤਰ੍ਹਾਂ ਕਹਿੰਦੇ ਨੇ ਐ ਮੇਰੇ ਵਾਹਿਗੁਰੂ ਮੈਨੂੰ ਪਤਾ ਹੈ ਮੈਂ ਕਿੰਨਾ ਵੱਡਾ ਅਪਰਾਧੀ ਹੈਗਾ, ਕਿੰਨਾ ਵੱਡਾ ਗੁਨੇਗਾਰ ਹੈਗਾ, ਤੇ ਮੈਂ ਅੱਜ ਤੱਕ ਇਸ ਗੱਲ ਨੂੰ ਮੈਂ ਲੋਕਾਂ ਤੋਂ ਲੁਕਾਇਆ, ਛੁਪਾਇਆ। ਮਗਰ ਇਹ ਮੇਰੇ ਵਾਹਿਗੁਰੂ ਜਿਹਦਾ ਨਾ ਮੈਨੂੰ ਪਤਾ ਚੱਲਿਆ ਤੂੰ ਅੰਤਰਜਾਮੀ ਹੈ, ਅੰਤਰਜਾਮੀ ਸੁਣ, ਕੰਪਤ ਹੂੰ ਅੰਤਰਗਤ। ਮੈਂ ਕੰਬਣ ਲੱਗ ਗਿਆ ਮੇਰੇ ਵਾਹਿਗੁਰੂ, ਮੇਰੀ ਪੇਸ਼ੀ ਜਦੋਂ ਤੇਰੇ ਸਾਹਮਣੇ ਹੋਣੀ ਮੇਰੀ ਕੀ ਹਾਲਤ ਹੋਏਗੀ, ਕੀ ਹਾਲਤ ਹੋਏਗੀ ਉਸ ਵੇਲੇ। ਮਹਿਸੂਸ ਕਰੋ ਇਸ ਗੱਲ ਨੂੰ, ਸੁਣੋ ਨਾ, ਮਹਿਸੂਸ ਕਰੋ ਕਿ ਇੱਕ ਉਹ ਮਨੁੱਖ ਜਿਹਨੂੰ ਇਤਿਹਾਸਕਾਰ ਇਸ ਤਰ੍ਹਾਂ ਕਹਿੰਦੇ ਨੇ, ਜਿਹੜਾ ਰੱਬ ਦਾ ਮਾਮਾ ਹੈਗਾ, ਮਾਮਾ, ਰੱਬ ਦਾ ਮਾਮਾ। ਤੁਸੀਂ ਕਹੋਗੇ ਕਿਤਨਾ? ਗੁਰੂ ਅਰਜਨ ਦੇਵ ਮਹਾਰਾਜ ਰਿਸ਼ਤੇ ਦੇ ਵਿੱਚ ਭਾਈ ਗੁਰਦਾਸ ਜੀ ਮਾਮਾ ਜੀ ਲੱਗਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰਿਸ਼ਤੇ ਦੇ ਵਿੱਚ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਥਾਈ ਬਾਣੀ ਕੀ ਕਹਿੰਦੀ ਹੈ? ਗੁਰੂ ਅਰਜਨ ਪ੍ਰਤੱਖ ਹਰ। ਕੀ ਕਹਿੰਦੀ ਹੈ? ਗੁਰੂ ਅਰਜਨ ਪ੍ਰਤੱਖ ਹਰ, ਪ੍ਰਤੱਖ ਹਰੀ ਦਾ ਰੂਪ ਗੁਰੂ ਅਰਜਨ ਦੇਵ ਮਹਾਰਾਜ ਤੇ ਉਹਨਾਂ ਦੇ ਮਾਮਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਦ ਬੀੜ ਲਿਖੀ। ਕਿੰਨੀ ਉੱਚੀ ਸੁੱਚੀ ਪਵਿੱਤਰ ਆਤਮਾ, ਤੇ ਉਹ ਸਾਡੇ ਲਈ ਪੂਰਨੇ ਪਾ ਰਹੇ ਨੇ। ਅੰਤਰਜਾਮੀ ਸੁਣ, ਕੰਪਤ ਹੂੰ ਅੰਤਰਗਤ। ਐ ਮੇਰੇ ਵਾਹਿਗੁਰੂ ਜਿੱਦਣ ਦਾ ਮੈਨੂੰ ਪਤਾ ਚੱਲਿਆ ਤੂੰ ਅੰਤਰਜਾਮੀ ਹੈ, ਮੈਂ ਸੁਣ ਕੇ ਕੰਬਣ ਲੱਗਿਆ, ਅੰਦਰ ਮੇਰਾ ਅੰਦਰਲਾ ਕੰਬਣ ਲੱਗ ਗਿਆ। ਮਗਰ ਫਿਰ ਮੈਂ ਸੁਣਿਆ ਤੇਰਾ ਇੱਕ ਹੋਰ ਬਿਰਦ ਹੈ, ਉਹ ਕੀ ਹੈ? ਪਤਿਤ ਪਾਵਨ। ਤੂੰ ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ। ਪਤਿਤ ਪਾਵਨ ਸੁਣ, ਅੰਤਰ ਉਰਧਾਰ ਹੂੰ। ਮੈਨੂੰ ਥੋੜਾ ਜਿਹਾ ਸਹਾਰਾ ਮਿਲ ਗਿਆ ਵੀ ਚਲੋ ਅੰਤਰਜਾਮੀ ਨੂੰ ਤੈਨੂੰ ਪਤਾ ਤੇ ਚੱਲ ਜਾਊਗਾ ਮੇਰੀ ਕਰਤੂਤ ਕੀ ਹੈ, ਮੈਂ ਤੇ ਮਹਾ ਪਾਪੀ ਹੈਗਾ। ਮਗਰ ਮੈਨੂੰ ਫਿਰ ਇਹ ਪਤਾ ਚੱਲਿਆ ਵੀ ਤੂੰ ਪਤਿਤਾਂ ਨੂੰ ਪਾਵਨ ਕਰਨ ਵਾਲਾ ਵੀ ਹੈ। ਚਲੋ ਇਹ ਸੁਣ ਕੇ ਮੈਨੂੰ ਬੜਾ ਭਰੋਸਾ ਬਣਿਆ ਵੀ ਚਲੋ ਤੂੰ ਮੈਨੂੰ ਬਖਸ਼ ਤੇ ਦੇਂਗਾ ਨਾ। ਮੇਰਾ ਕਹਿਣ ਤੋਂ ਭਾਵ, ਅਸੀਂ ਗੁਰਦੁਆਰੇ ਆ ਰਹੇ ਹਾਂ, ਲੋਕਾਂ ਦੇ ਦਿਖਾਵੇ ਤੋਂ ਆਪਾਂ ਬਚ ਕੇ ਗੁਰੂ ਦੇ ਕੇਵਲ ਟੇਕ ਲਈਏ ਤੇ ਗੁਰੂ ਦੇ ਉੱਤੇ ਭਰੋਸਾ ਰੱਖੀਏ ਵੀ ਜਿੱਦੇ ਅੱਗੇ ਅਸੀਂ ਜੋਦੜੀ ਕਰਨ ਲੱਗੇ ਹਾਂ ਇਹ ਸਾਰਿਆਂ ਦੀਆਂ ਸੁਣਦਾ, ਸਾਰਿਆਂ ਦਾ ਵੇਖਦਾ। ਤੁਸੀਂ ਜਿਹੜੀ ਇਹ ਮਾਹੌਲ ਜਿਹੜਾ ਬਣਿਆ ਹੈਗਾ, ਜੋ ਸਮਾਗਮ ਉਲੀਕੇ ਗਏ ਨੇ, ਇਹਦੇ ਉੱਤੇ ਥੋੜ੍ਹੀ ਜਿਹੀ ਰੋਸ਼ਨੀ ਆਪਾਂ ਪਾਉਣ ਦੀ ਕੋਸ਼ਿਸ਼ ਕਰੀਏ, ਕਿਉਂਕਿ 2 ਦਿਨ ਆਪ ਜੀ ਦੇ ਸੇਵਾ 'ਚ ਆਉਣਾ ਹੈ। ਇਹਦੀ ਵਿਚਾਰ ਆਰੰਭ ਕਰਨ ਤੋਂ ਪਹਿਲੇ ਇੱਕ ਵਾਰ ਫਿਰ ਸਾਰੇ ਜਿੰਨੇ ਬੈਠੇ ਹੋ ਇੱਕ ਵਾਰ ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ, ਸਤਨਾਮ ਸ਼੍ਰੀ, ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਅਸੀਂ ਗੁਰਦੁਆਰੇ ਆਉਂਦੇ ਹਾਂ, ਸਾਨੂੰ ਕੋਈ ਅਟਕ ਨਹੀਂ ਹੈਗੀ। ਅਸੀਂ ਸਵੇਰੇ ਆਈਏ, ਸ਼ਾਮ ਆਈਏ, ਰਾਤ ਆਈਏ, ਪ੍ਰਭਾਤ ਆਈਏ, ਬੱਚਾ ਆਵੇ, ਬਿਰਧ ਆਵੇ, ਸਿਆਣਾ ਆਵੇ, ਮੂਰਖ ਆਵੇ, ਕਿਸੇ ਨੂੰ ਮਨਾਹੀ ਨਹੀਂ ਹੈਗੀ, ਕੋਈ ਵੀ ਆ ਸਕਦਾ ਹੈ। ਮਗਰ ਇਹ ਜਿਹੜਾ ਸਾਕਾ, ਜਿਹਨੂੰ ਨਨਕਾਣਾ ਸਾਹਿਬ ਦਾ ਸਾਕਾ ਕਿਹਾ ਜਾਂਦਾ, ਉਸ ਵੇਲੇ ਦਾ ਵਾਤਾਵਰਣ, ਉਸ ਵੇਲੇ ਦਾ ਮਾਹੌਲ ਕੀ ਸੀ? ਹੁਣ ਧਿਆਨ ਦੇਣਾ। ਅਗਰ ਤੁਸੀਂ ਗੁਰੂ ਇਤਿਹਾਸ ਪੜ੍ਹਨਾ ਹੈ, ਤੇ ਇਤਿਹਾਸ 2 ਥਾਵਾਂ ਤੇ ਡਿਵਾਈਡ ਕੀਤਾ ਗਿਆ ਹੈ। ਇੱਕ ਨਾਲ ਨੂੰ ਕਿਹਾ ਜਾਂਦਾ ਹੈ ਸਿੱਖ ਇਤਿਹਾਸ, ਔਰ ਇੱਕ ਨੂੰ ਕਿਹਾ ਜਾਂਦਾ ਹੈ ਗੁਰੂ ਇਤਿਹਾਸ। ਗੁਰੂ ਇਤਿਹਾਸ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਪਹਿਲੇ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਦਾ ਜਿਹੜਾ ਸਮਾਂ ਹੈਗਾ, ਇਹਨਾਂ ਨੂੰ ਕਿਹਾ ਜਾਂਦਾ ਹੈ ਗੁਰੂ ਇਤਿਹਾਸ। ਕੀ ਕਿਹਾ ਜਾਂਦਾ ਹੈ?
ਗੁਰੂ ਇਤਿਹਾਸ ਔਰ 10ਵੇਂ ਪਾਤਸ਼ਾਹ ਤੋਂ ਲੈ ਕੇ ਸਿੱਖਾਂ ਦੇ ਰਾਜ ਤੱਕ, ਘੱਲੂਘਾਰਿਆਂ ਤੱਕ, ਸਾਕਿਆਂ ਤੱਕ ਦਾ ਜਿਹੜਾ ਸਮਾਂ ਹੈਗਾ, ਇਹਨਾਂ ਨੂੰ ਕਿਹਾ ਜਾਂਦਾ ਸਿੱਖ ਇਤਿਹਾਸ। ਕੀ ਕਿਹਾ ਜਾਂਦਾ ਜੀ? ਸਿੱਖ ਇਤਿਹਾਸ। ਜਿਸ ਵਿਰਸੇ ਦਾ ਮਾਲਕ ਤੁਹਾਨੂੰ ਬਣਾਇਆ ਗਿਆ, ਸਿੱਖ ਇਤਿਹਾਸ ਦੇ ਵਿਰਸੇ ਦਾ ਮਾਲਕ ਤੁਹਾਨੂੰ ਬਣਾਇਆ ਗਿਆ, ਤੁਹਾਡੀ ਪਨੀਰੀ ਨੂੰ ਬਣਾਇਆ ਗਿਆ। ਮਹਾਰਾਜੇ ਰਣਜੀਤ ਸਿੰਘ ਦੇ ਵੇਲੇ ਦੀ ਗੱਲ ਹੈ। ਉਸ ਵੇਲੇ ਤੱਕ ਸਿੱਖਾਂ ਦੀ ਜਿਹੜੀ ਆਬਾਦੀ ਸੀ ਉਹ 1 ਕਰੋੜ ਤੋਂ ਉੱਤੇ ਹੋ ਚੁੱਕੀ ਸੀ। ਕਿੰਨੀ? 1 ਕਰੋੜ ਤੋਂ ਜ਼ਿਆਦਾ ਗੁਰੂ ਨਾਨਕ ਨਾਮ ਲੇਵਾ ਸੰਗਤ ਹੋ ਚੁੱਕੀ ਸੀ। ਔਰ ਮਹਾਰਾਜੇ ਰਣਜੀਤ ਸਿੰਘ ਨੇ ਹੀ ਹਰ ਗੁਰਦੁਆਰੇ ਗੁਰਧਾਮ ਦੇ ਉੱਤੇ ਬੜੀ ਵੱਡੀਆਂ ਜਗੀਰਾਂ ਲਗਾ ਦਿੱਤੀਆਂ ਸਨ, ਬਈ ਜਿਨ੍ਹਾਂ ਦੇ ਰਾਹੀਂ ਗੁਰਦੁਆਰਿਆਂ ਦਾ ਖਰਚਾ ਨਿਕਲੇ, ਗੁਰਦੁਆਰਿਆਂ ਨੂੰ ਕਿਸੇ ਦੀ ਮੁਹਤਾਜੀ ਨਾ ਹੋਵੇ। ਗੁਰਦੁਆਰੇ ਪ੍ਰਬੰਧਕ ਦੇ ਜਿਹੜੇ ਭਾਈ ਜੀ ਨੇ, ਜਿਨ੍ਹਾਂ ਨੇ ਪ੍ਰਬੰਧ ਕਰਨਾ ਹੈਗਾ, ਉਹਨਾਂ ਨੂੰ ਕਿਸੇ ਚੀਜ਼ ਦਾ ਘਾਟਾ ਨਾ ਹੋਵੇ ਤੇ ਕਿਸੇ ਦੇ ਅੱਗੇ ਉਹਨਾਂ ਨੂੰ ਹੱਥ ਨਾ ਅੱਡਣੇ ਪੈਣ। ਬੜੀ ਵੱਡੀਆਂ ਉਹਨਾਂ ਨੇ ਜਗੀਰਾਂ ਲਾਈਆਂ, ਬੜੀ ਵੱਡੀਆਂ ਉਹਨਾਂ ਨੇ ਨਿਆਮਤਾਂ ਗੁਰਦੁਆਰਿਆਂ ਦੇ ਨਾਮਾਂ 'ਤੇ ਲਾਈਆਂ। ਕਿਹਨਾਂ ਨੇ? ਮਹਾਰਾਜੇ ਰਣਜੀਤ ਸਿੰਘ ਨੇ। ਹੁਣ ਮਹਾਰਾਜੇ ਰਣਜੀਤ ਸਿੰਘ ਦਾ ਹੀ ਵੇਲਾ ਸੀ ਜਦੋਂ ਨਨਕਾਣਾ ਸਾਹਿਬ ਦੇ ਨਾਂ ਦੇ ਉੱਤੇ ਵੀ 1500 ਮੁਰੱਬੇ ਜ਼ਮੀਨ ਲਗਾ ਦਿੱਤੀ ਗਈ ਸੀ। 1500 ਮੁਰੱਬਾ। 1500 ਮੁਰੱਬੇ ਦਾ ਅਰਥ ਹੁੰਦਾ ਹੈ ਕਿਲੋਮੀਟਰਾਂ ਦੇ ਹਿਸਾਬ ਨਾਲ। ਅੱਜ ਦੇ ਸਮੇਂ ਨਾਲ ਤੋਂ ਅਸੀਂ ਨਾਪੀਏ ਤੋਲੀਏ ਤੇ ਕਿਲੋਮੀਟਰਾਂ ਦੇ ਹਿਸਾਬ ਨਾਲ ਜ਼ਮੀਨ ਬਣਦੀ। ਐਡੀ ਵੱਡੀ ਜਗੀਰ ਔਰ ਲਗਭਗ ਸਾਰਿਆਂ ਗੁਰਦੁਆਰਿਆਂ ਦੀ ਇਮਾਰਤਾਂ ਦੀ ਉਸਾਰੀ ਵੀ ਮਹਾਰਾਜੇ ਰਣਜੀਤ ਸਿੰਘ ਦੇ ਰਾਜਕਾਲ ਦੇ ਵਿੱਚ ਸ਼ੁਰੂ ਹੋ ਗਈ ਸੀ। ਤੁਹਾਨੂੰ ਪਤਾ ਹੀ ਹੋਏਗਾ, ਜਿਹੜਾ ਅੱਜ ਤੁਸੀਂ ਹਰਿਮੰਦਰ ਸਾਹਿਬ ਦੀ ਰੂਪ ਰੇਖਾ ਵੇਖਦੇ ਹੈਗੇ ਹੋ, ਇਸ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਵੇਲੇ ਇਹ ਲਾਲ ਰੰਗ ਦੀ ਲਖੋਰੀ ਇੱਟਾਂ ਦਾ ਬਣਿਆ ਹੋਇਆ ਸੀ ਸ਼੍ਰੀ ਹਰਿਮੰਦਰ ਸਾਹਿਬ। ਸਾਰੇ ਸੰਗਮਰਮਰ ਦੇ ਚਿੱਟੇ ਪੱਥਰ ਦੀ ਸੇਵਾ ਹਜੂਰ ਸਾਹਿਬ, ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਇਹ ਸਾਰੀ ਸੇਵਾ, ਪੱਥਰ ਦੀ ਸੇਵਾ ਮਹਾਰਾਜੇ ਰਣਜੀਤ ਸਿੰਘ ਨੇ ਆਰੰਭ ਕਰਵਾ ਦਿੱਤੀ ਸੀ ਆਪਣੇ ਰਾਜਕਾਲ ਦੇ ਵਿੱਚ। ਔਰ ਸ਼ਾਇਦ ਆਪ ਜੀ ਨੂੰ ਇਸ ਗੱਲ ਦਾ ਵੀ ਗਿਆਨ ਹੋਏਗਾ ਵੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਦਾ ਨਾਮ, ਸਵਰਨ ਮੰਦਰ ਦਾ ਨਾਮ ਵੀ ਮਹਾਰਾਜੇ ਰਣਜੀਤ ਸਿੰਘ ਦੇ ਦੁਆਰਾ ਦਿੱਤੇ ਹੋਏ ਸੋਨੇ ਦੇ ਨਾਲ ਹੀ ਪਿਆ ਸੀ। ਇਸ ਗੱਲ ਦਾ ਵੀ ਗਿਆਨ ਹੋਏਗਾ ਆਪ ਨੂੰ। ਕੋਈ ਪੁੱਛੇ ਵੀ ਗੋਲਡਨ ਟੈਂਪਲ ਨਾਮ ਕਦੋਂ ਤੋਂ ਪਿਆ? ਕਿਉਂਕਿ ਦਰਬਾਰ ਸਾਹਿਬ ਨੂੰ 2 ਨਾਮਾਂ ਨਾਲ ਜਾਣਿਆ ਜਾਂਦਾ ਸੀ ਪਹਿਲੇ, ਜਾਂ ਤੇ ਹਰਿਮੰਦਰ, ਜਾਂ ਤੇ ਹਰਿਮੰਦਰ ਸਾਹਿਬ ਬੋਲਿਆ ਜਾਂਦਾ ਸੀ, ਜਾਂ ਬੋਲਿਆ ਜਾਂਦਾ ਸੀ ਦਰਬਾਰ ਸਾਹਿਬ। ਫਿਰ ਇੱਕ ਤੀਸਰਾ ਨਾਮ ਦਿੱਤਾ ਗਿਆ ਗੋਲਡਨ ਟੈਂਪਲ ਜਾਂ ਸਵਰਨ ਮੰਦਿਰ। ਇਹ ਮਹਾਰਾਜੇ ਰਣਜੀਤ ਸਿੰਘ ਨੇ ਦੇਖਿਆ ਵੀ ਮੇਰੇ ਗੁਰੂ ਦੇ ਦਰ ਦੇ ਉੱਤੇ ਸੋਨਾ ਲੱਗਣਾ ਚਾਹੀਦਾ। ਉਹਨਾਂ ਨੇ ਹਰ ਜਿੱਤ ਦੇ ਵਿੱਚ ਇੱਕ ਹਿੱਸਾ ਸੋਨੇ ਦਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਉੱਤੇ ਪਹੁੰਚਾਉਣਾ ਸ਼ੁਰੂ ਕੀਤਾ। ਔਰ ਸਹਿਜੇ ਉਹਨਾਂ ਦੀ ਸਰਪ੍ਰਸਤੀ ਦੇ ਹੇਠ ਹੀ ਸੋਨਾ ਲੱਗਣਾ ਵੀ ਸ਼ੁਰੂ ਹੋਇਆ ਸੀ। ਇਸੇ ਤਰੀਕੇ ਤਰਨਤਾਰਨ ਸਾਹਿਬ, ਹੋਰ ਸਾਰੀਆਂ ਥਾਵਾਂ ਦੇ ਉੱਤੇ ਸੇਵਾਵਾਂ ਔਰ ਜਗੀਰਾਂ ਲੱਗੀਆਂ ਹੋਈਆਂ ਸਨ। ਹੁਣ ਧਿਆਨ ਦੇਣਾ, ਜਿਨ੍ਹਾਂ ਥਾਵਾਂ 'ਤੇ ਜਗੀਰਾਂ ਲੱਗੀਆਂ ਹੋਈਆਂ ਸਨ ਉਹਨਾਂ ਨੂੰ ਪ੍ਰਬੰਧਕ ਜਿਹੜੇ ਸਨ ਉਹ ਸਨ ਉਸ ਵੇਲੇ ਦੇ ਮਹੰਤ ਕੌਣ ਸਨ? ਇਹ ਨਿਰਮਲੇ ਤੇ ਉਦਾਸੀ ਸੰਤ ਹੁੰਦੇ ਸਨ। ਨਿਰਮਲੇ ਤੇ ਉਦਾਸੀ ਸੰਤ ਉਹ ਸੰਪਰਦਾ ਹੈਗੀ ਹੈ, ਅਤੀ ਪੂਜਨੀਕ ਸੰਪਰਦਾ ਹੈਗੀ ਹੈ ਗੁਰੂ ਘਰ ਦੀ, ਜਿਨ੍ਹਾਂ ਨੇ ਗੁਰੂ ਘਰ ਦਾ ਨਾਮ ਦੇਸਾਂ ਪ੍ਰਦੇਸਾਂ ਤੱਕ, ਗੁਰੂ ਨਾਨਕ ਨਾਮ ਲੇਵਾ, ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਦੇਸਾਂ ਪ੍ਰਦੇਸਾਂ ਤੱਕ ਕੀਤਾ। ਮਗਰ ਸਮੇਂ ਦੇ ਕਾਲ ਚੱਕਰ ਨੇ ਜਿਸ ਤਰ੍ਹਾਂ ਜਗੀਰਾਂ ਲੱਗੀਆਂ, ਤੇ ਇੱਕ ਕਵੀ ਦਾ ਇਸ ਤਰ੍ਹਾਂ ਕਹਿਣਾ ਹੈ, 3 ਚੀਜ਼ਾਂ ਜੇ ਇਕੱਠੀਆਂ ਹੋ ਜਾਣ ਤੇ ਫਿਰ ਐਸਾ ਮਨੁੱਖ ਪਾਪ ਕਰਨੋਂ ਗੁਰੇਜ਼ ਨਹੀਂ ਕਰਦਾ। ਕਿਹੜੀਆਂ 3 ਚੀਜ਼ਾਂ? ਪ੍ਰਥਮੇ ਤਰਨ ਦੇ ਅਰਥ ਹੁੰਦੇ ਨੇ ਜਵਾਨੀ। ਦਵਿਤੀਏ ਮਧੀਰ ਦੇ ਅਰਥ ਹੁੰਦੇ ਨੇ ਸ਼ਰਾਬੀ, ਅਮਲੀ। ਪ੍ਰਥਮੇ ਤਰਨ, ਦਵਿਤੀਏ ਮਧੀਰ, ਤ੍ਰਿਤੀਏ ਧਨ ਅਰਧਾਮ। 3 ਪਾਪ ਕਰਨ ਤੇ ਕਿਉਂ ਬਚੇ ਬਚਾਵੇ ਰਾਮ। ਭਾਈ ਪੈਸੇ ਦਾ ਘਾਟਾ ਕੋਈ ਨਾ ਹੋਵੇ, ਜਵਾਨੀ ਹੋਵੇ ਤੇ ਸ਼ਰਾਬ ਦਾ ਆਦੀ ਹੋਵੇ, ਐਸਾ ਮਨੁੱਖ ਪਾਪ ਕਰਨ ਤੋਂ ਨਹੀਂ ਬਚ ਸਕਦਾ। ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਇਆਂ, ਸਮੇਂ ਦੇ ਹਾਲਾਤ ਦੇ ਵਿੱਚ ਵੱਡੀਆਂ ਜਗੀਰਾਂ, ਖੁੱਲਾ ਪੈਸਾ, ਖੁੱਲੀ ਚੜ੍ਹਤ, ਇਹ ਸਭ ਦੇ ਮਾਲਕ ਬਣੇ ਸਨ ਮਹੰਤ। ਤੇ ਮਹੰਤ ਭਾਈ ਪੈਸੇ ਨੂੰ ਪ੍ਰਾਪਤ ਕਰਕੇ ਤੇ ਪਿੱਛੋਂ ਮਹਾਰਾਜੇ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਦੇ ਉੱਤੇ ਰਾਜ ਕੀਤਾ ਅੰਗਰੇਜ਼ਾਂ ਨੇ, ਤੇ ਅੰਗਰੇਜ਼ਾਂ ਦੀ ਸ਼ੈ ਮਿਲ ਗਈ ਇਹਨਾਂ ਨੂੰ। ਅੰਗਰੇਜ਼ਾਂ ਨੇ ਆਪਣੇ ਸਿਪੇ ਸਲਾਰ ਗੁਰਦੁਆਰੇ ਥਾਪ ਦਿੱਤੇ ਤੇ ਇਹਨਾਂ ਨੂੰ ਪੂਰੀ ਸਪੋਰਟ ਦਿੱਤੀ ਮਹੰਤਾਂ ਨੂੰ। ਇਹਨਾਂ ਨੇ ਗੁਰਦੁਆਰਿਆਂ ਨੂੰ, ਧਰਮ ਅਸਥਾਨਾਂ ਨੂੰ ਅਧਰਮ ਦਾ ਸਭ ਤੋਂ ਵੱਡਾ ਕੇਂਦਰ ਬਣਾ ਦਿੱਤਾ। ਕਿਹਨਾਂ ਨੇ? ਮਹੰਤਾਂ ਨੇ। ਧਿਆਨ ਦੇਣਾ, ਮਹੰਤ ਕੋਈ ਮਾੜਾ ਨਾਮ ਨਹੀਂ ਹੈਗਾ।
महंत कोई माड़ा शब्द नहीं हैगा, मगर उन्होंने करतूत करके यह शब्द अज अति पूजनीक नहीं रह गया, क्योंकि उन्होंने करतूत इस तरह की कर दी। उस समय के जड़ा समाज सी, अज तुसी गुरुद्वारे आ सकते हैगे हो, उन्होंने इस तरह के प्रतिबंध लगा दिते भी गुरुद्वारे दे विच आके कोई अमृतधारी बंदा श्री साहब पा के नहीं आ सकता सी। गुरुद्वारे कोई बीबी बच्ची गुरुद्वारे नहीं सी आ सकती। गुरुद्वारियां दे विच खुले आम दे तौर के उत्ते शराबां दा ना ते कंजरियां दा नाच होना शुरू हो गया। इन्हां गुरुद्वारियां दे विच जिथे अज तुसी बेखो किसी टाइम भी आ जा सकते हो, उस समय इस तरह का माहौल नहीं सी। कंजरियां दे नाच होने, शराबां पीतियां जानियां, बहुत कुकर्म होने शुरू हो गए, गालां कढ़नियां, मार कुटाई आम गल हो गई। सिख संगत त्रा त्रा कर उठी, हद ते इत्थे तक वध चुकी थी कि तरन तारण साहब गुरु का ऐसा एक मंदिर जिन्हों सतगुरु ने आख्या भी ए कलयुग दे विच तरन विच तारण है, तारण तारण का स्थान हैगा, ए कलयुग विच तार के रख देगा जिहड़ा इस थां दे उत्ते आएगा मत्था टेक। तां उहदा नाम पिया सी तरन, गज के बोलो तरन, तरन तारण साहब। उस थां दे उत्ते इत्थे तक निर्लज हो गए सन कि ग्रंथी सिंह दे मुंडियां ने इत्थे तक कहता बई जे गुरुद्वारे कोई आएगा बीबियां बच्चियां नूं लैके असी छेड़ांगे, असी छेड़ांगे। यह गुरुद्वारे साडी जगीर हैगी, साडी दुकान हैगी, असी जो मर्जी करिए सानू कोई टक नहीं सकता। इत्थे तक बेखौफ हो चुके सन। जिन्हां नूं अपनी आबरू की असमत की लोड़ है वो गुरुद्वारे बिल्कुल ना आन, बिल्कुल ना आन। इत्थे तक उन्हां दा हंकार वध चुकिया सी। समा बीतदा गया, इधर संगत के मन दे विच हाहाकार वधदी जा रही सी। एक दिन ऐसा होया, आपनों पता होएगा 1913 दे विच जिहड़ा जनरल डायर ने 13 जनवरी 1919 नूं जिहड़ा कांड कीता सी जलियांवाला, उहदा जिहड़ा डायर सी जनरल डायर, जिहदे हुक्म दे विच गोलियां चलाईयां गईयां सन, गोलियां चलाईयां गईयां। उस जनरल डायर नूं अकाल तख्त साहब दे उत्ते अंग्रेज़ां दे थापे होए आरूढ़ सिंह नाम दे सिख जनरल अटॉर्नी ने सरोपा दिता गया। सरोपा, सिरोपा का अर्थ पता है ना आप जी नूं? सिरों पाओ। जदों गुरु किसी की मेहनत के उत्ते टुटदा है, खुश होंदा है, तां किसी नूं सरोपा दिंदा है। गुरु अमरदास महाराज, जदों अमरदास नाम सी, गुरु अंगद देव महाराज जी के दर के उत्ते सेवा करते सन। 1 साल सेवा करन तो बाद गुरु अंगद देव महाराज जी एक सरोपा दिया करते सन। 1 साल सेवा करन तो बाद हट भनवी सेवा करते सन अमरदास जी पिछली उम्र दे विच, ते किते तां बाद विच आ जाके एक सरोपा दिता जांदा सी। ते अज कोई धार्मिक स्थल होवे, तुसीं 200 रुपये दो तुहानूं सरोपा मिल जाएगा। और गजब की गल, साडे सिख संगत की मत इन्नी नीवी हो चुकी है, इस सरोपे नूं खरीददी है। वाहिगुरू करे तुहाडे चों ऐसा कोई ना होवे, यह बज्जर गुनाह है गुरुद्वारे दे विचों सरोपा खरीदना। सरोपा खरीद सकते हैं असीं? तुसीं खुद इस गल का जवाब दिओ मैनूं, अपने दिल की पट्टी के उत्ते हाथ रख के सच्ची दसो कि असीं गुरु की खुशी नूं खरीद सकते हैं? दसो, जवाब दिओ। खरीद सकते हैं असीं? बिल्कुल नहीं। इत्ते वो बख्शिश है जदों गुर तुठे, गुरु किते खुश हो जावे, किते रहमत के घर दे विच आवे, तां अपनी सब तो अजीज वस्तु सिरोपा बख्शिश करया करदे। एवें नहीं जने खने नूं जिहड़ा आ गया लो जी तैनूं ही सरोपा, मनो पक्की सरोपे पाई जांदे ने। अजकल सिरोपे की कोई कदर नहीं रह गई। एक पासे असीं गुरु नूं मत्था टेक रहे हैं, कहंदे तेरे सिख है गया, और सिख तेरी सिक्ख्या ते नहीं तुरदे पे। हरमंदर साहब तो लैके दुनिया के वड्डे तो वड्डे इतिहासक गुरुद्वारे में चले जाओ, सिरोपिया की खरीद फरोख्त चलती पई है। हर बंदा खरीदन, बड़ा बड़ा पढ़िया होया दानिशमंद अकलमंद बंदा भी सिरोपा पैसे दे के खरीदन की कोशिश करता है। और इत्थे तक मैं अपनी कन्नां नाल हज़ारां बंदियां नूं सुनिया, भाई साहब जी वो किन्ने दी रसीद कटाइए कि सिरोपा मिलेगा, किन्ने दी रसीद कटाइए सिरोपे की प्राप्ति होएगी। हुण की करो, की कहोगे?
ਵੀ ਇਹਦਾ ਮਤਲਬ ਅਸੀਂ ਲੋਗਨ ਰਾਮ ਗੱਜ ਕੇ ਬੋਲਿਆ ਕਰੋ, ਮੈਨੂੰ ਪਤਾ ਚੱਲੇ ਤੁਸੀਂ ਸੁਣਦੇ ਪਏ। ਲੋਗਨ ਰਾਮ ਖਿਡੌਣੇ ਤੋਂ ਵੱਧ ਕੁਛ ਨਹੀਂ, ਅਸੀਂ ਖਿਡੌਣਾ ਹੀ ਸਮਝਿਆ ਹੋਇਆ। ਜਨਰਲ ਡਾਇਰ ਨੂੰ ਸਰੋਪਾ ਦਿੱਤਾ ਗਿਆ, ਗੁਰੂ ਘਰ ਦੀ ਸਭ ਤੋਂ ਵੱਡੀ ਬਖਸ਼ਿਸ਼ ਸਰੋਪਾ ਨਾਲ ਦਿੱਤਾ ਗਿਆ ਵੀ ਤੂੰ ਬਹੁਤ ਚੰਗਾ ਕੰਮ ਕੀਤਾ ਲੋਕਾਂ ਦੀ ਕਤਲੋ ਗਾਰਦ ਕਰਕੇ। ਇੱਕ ਪੁਜਾਰੀ ਨੇ ਦੇਗ ਪ੍ਰਸ਼ਾਦ ਲਿਆ ਕੇ ਦੇਣ ਦੀ ਤੇ ਕਹਿੰਦਾ ਜੀ ਚਿੰਤਾ ਨਾ ਕਰੋ, ਮੈਂ ਤੰਬਾਕੂ ਮਿਲਾ ਕੇ ਤੁਹਾਨੂੰ ਦੇ ਰਿਹਾ, ਤੰਬਾਕੂ ਪਾ ਕੇ ਦੇਗ ਪ੍ਰਸ਼ਾਦ ਦੇ ਵੀ ਤੁਹਾਨੂੰ ਦੇ ਰਿਹਾ ਹੈਗਾ। ਇਤਨੀ ਮਤ ਮਲੀਨ ਹੋ ਚੁੱਕੀ ਸੀ, ਗੁਰੂ ਦੇ ਹਜ਼ੂਰ ਖੜੇ ਹੋ ਕੇ ਐਸੇ ਪਾਪ ਕੀਤੇ ਜਾ ਰਹੇ ਸਨ, ਇਤਨੇ ਬੱਜਰ ਗੁਨਾਹ ਕੀਤੇ ਜਾ ਰਹੇ ਸਨ। ਸੰਗਤ ਤਰਾ ਕਰ ਉੱਠ ਚੁੱਕੀ ਸੀ ਬਈ ਕਿਸੇ ਤਰੀਕੇ ਇਹਨਾਂ ਨੂੰ ਠੱਲ ਪਾਈ ਜਾ ਸਕੇ, ਕਿਸੇ ਤਰੀਕੇ ਇਹਨਾਂ ਦੀ ਨੱਥ ਮੋੜੀ ਜਾ ਸਕੇ। ਜਿੰਨੇ ਵੀ ਇਤਿਹਾਸਕ ਸਥਾਨ ਦੇ ਉੱਤੇ ਇੱਕ ਸਥਾਨ ਐਸਾ ਨਹੀਂ ਸੀ ਜਿੱਥੇ ਪਾਪ ਨਹੀਂ ਸੀ ਹੋ ਰਿਹਾ। ਹਰ ਥਾਂ ਦੀ ਹਿਸਟਰੀ ਖੋਲ ਕੇ ਦੇਖ ਲਓ, ਹਰ ਇਤਿਹਾਸਕ ਸਥਾਨ ਦੇ ਉੱਤੇ ਪਾਪ ਬੱਜਰ ਪਾਪ ਕਮਾਏ ਜਾ ਰਹੇ ਸਨ। ਔਰ ਇਹਨਾਂ ਸਾਰਿਆਂ ਦੇ ਉੱਤੇ ਮਹੰਤ ਥਾਪੇ ਹੋਏ ਸਨ ਅੰਗਰੇਜ਼ਾਂ ਨੇ, ਔਰ ਉਹਨਾਂ ਨੂੰ ਪੂਰੀ ਸ਼ਹਿ ਦਿੱਤੀ ਹੋਈ ਸੀ ਵੀ ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਖੁੱਲੀ ਛੁੱਟੀ ਹੈਗੀ। ਇੱਕ ਦਿਨ ਸੰਗਤ ਨੇ ਕੁਝ ਸਿੱਖ ਇਕੱਠੇ ਹੋਏ ਤੇ ਉਹਨਾਂ ਨੇ ਕਿਹਾ ਬਈ ਇਹਨਾਂ ਨੂੰ ਕਿਸੇ ਤਰੀਕੇ ਸਮਝਾਇਆ ਜਾਵੇ, ਮਹੰਤਾਂ ਨੂੰ ਕਿਸੇ ਤਰੀਕੇ ਸਮਝਾਇਆ ਜਾਵੇ। ਤੇ ਜਿਹਦੇ ਵਿੱਚ ਕਰਤਾਰ ਸਿੰਘ ਸਰਦਾਰ ਸਾਹਿਬ, ਸਰਦਾਰ ਕਰਤਾਰ ਸਿੰਘ ਝੱਬਰ, ਸਰਦਾਰ ਸਾਹਿਬ ਸਰਦਾਰ ਲక్ష్మణ ਸਿੰਘ ਜੀ, ਸਰਦਾਰ ਟਹਿਲ ਸਿੰਘ ਜੀ, ਸਰਦਾਰ ਸਾਹਿਬ ਸਰਦਾਰ ਕੇਰ ਸਿੰਘ ਜੀ, ਇਹ ਉਸ ਸਮੇਂ ਦੇ ਸਿਰ ਕੱਢ ਸਿੱਖ ਸਨ ਜਿਨ੍ਹਾਂ ਦਾ ਸੰਗਤ ਦੇ ਵੀ ਸਤਿਕਾਰ ਬੜਾ ਸੀ। ਇੱਕ ਨਤਸਿੰਧ ਸਰਦਾਰ ਸਾਹਿਬ ਸਰਦਾਰ ਕੇਰ ਸਿੰਘ ਜੀ, ਕੇਰ ਸਿੰਘ, ਕਹਿਰ ਨਹੀਂ, ਕੇਰ ਸਿੰਘ ਜੀ ਅੰਗਰੇਜ਼ਾਂ ਦੇ ਨਾਲ ਬੜੇ ਉੱਠ ਬੈਠ ਸੀ ਉਹਨਾਂ ਦੀ। ਇੱਕ ਮਿਸਟਰ ਰਿਚਰਡਸਨ ਲੰਡਨ ਤੋਂ ਆਏ ਤੇ ਇੱਕ ਦਿਨ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਲਈ ਜਾ ਰਹੇ ਨੇ, ਸ਼ਿਕਾਰ ਖੇਡਣ ਲਈ ਮਿਸਟਰ ਰਿਚਰਡਸਨ ਤੇ ਸਰਦਾਰ ਕੇਰ ਸਿੰਘ ਜੀ। ਕੇਰ ਸਿੰਘ ਜੀ ਅੱਗੇ ਨੇ, ਰਿਚਰਡਸਨ ਪਿੱਛੇ। ਇਹਦੇ ਕੋਲ ਬੰਦੂਕ ਹੈ ਰਿਚਰਡਸਨ ਕੋਲ, ਤੇ ਸਰਦਾਰ ਸਾਹਿਬ ਸਰਦਾਰ ਕੇਰ ਸਿੰਘ ਜੀ ਕੋਲ ਕੇਵਲ ਇੱਕ ਨੇਜਾ ਹੈਗਾ, ਹੋਰ ਕੁਛ ਨਹੀਂ। ਤੇ ਸ਼ੇਰ ਨੇ ਧਾੜ ਮਾਰੀ, ਰਿਚਰਡਸਨ ਫਟਾਫਟ ਪੇੜ ਤੇ ਚੜ ਗਿਆ। ਪੇੜ ਤੇ ਚੜਿਆ ਤੇ ਪਿੱਛੋਂ ਆਵਾਜ਼ ਮਾਰ ਕੇ ਕਹਿੰਦਾ ਕੇਰ ਸਿੰਘ ਜੀ ਤੁਸੀਂ ਵੀ ਉੱਤੇ ਆ ਜਾਓ, ਸ਼ੇਰ ਆ ਗਿਆ, ਤੁਹਾਡੇ ਕੋਲ ਬੰਦੂਕ ਹੈਗੀ ਏ, ਰਿਚਰਡਸਨ ਦੇ ਕੋਲ ਬੰਦੂਕ ਹੈਗੀ ਏ, ਤਾਂ ਵੀ ਉਹ ਪੇੜ ਤੇ ਚੜ ਗਿਆ। ਤੇ ਸਰਦਾਰ ਸਾਹਿਬ ਸਰਦਾਰ ਕੇਰ ਸਿੰਘ ਜੀ ਦੇ ਕੋਲ ਕੋਈ ਬੰਦੂਕ ਨਹੀਂ, ਕੇਵਲ ਇੱਕ ਨੇਜਾ ਹੈਗਾ। ਤੇ ਕਹਿੰਦੇ ਨੇ ਪੁਰਖਾ ਗੱਲ ਸੁਣ, ਤੈਨੂੰ ਪਤਾ ਕੇਰ ਦੇ ਅਰਥ ਕੀ ਹੁੰਦੇ ਨੇ? ਤੁਹਾਨੂੰ ਪਤਾ ਕੇਰ ਦੇ ਅਰਥ ਹੁੰਦੇ ਨੇ ਸ਼ੇਰ, ਔਰ ਸਿੰਘ ਦਾ ਅਰਥ ਕੀ ਹੁੰਦਾ? ਸ਼ੇਰ। ਕੇਰ ਦਾ ਅਰਥ ਗੱਜ ਕੇ ਬੋਲੋ, ਕੇਰ ਦਾ ਅਰਥ ਤੇ ਸਿੰਘ ਦਾ ਅਰਥ। ਉਹ ਕਹਿੰਦੇ ਇੱਕ ਪਾਸੇ ਦੋ ਸ਼ੇਰ ਤੇ ਇੱਕ ਪਾਸੇ ਕੱਲਾ ਸ਼ੇਰ, ਤੇ ਦੋ ਸ਼ੇਰਾਂ ਨੂੰ, ਇੱਕ ਸ਼ੇਰ ਨੂੰ ਵੇਖ ਕੇ ਦੋ ਸ਼ੇਰ ਭੱਜ ਜਾਣ, ਲਾਨਤ। ਸਰਦਾਰ ਕੇਰ ਸਿੰਘ ਜੀ ਕਹਿਣ ਲੱਗੇ ਸਾਡੇ 6ਵੇਂ ਪਾਤਸ਼ਾਹ ਨੇ ਸ਼ੇਰ ਦਾ ਸ਼ਿਕਾਰ ਕੀਤਾ, ਸਾਡੇ 10ਵੇਂ ਪਾਤਸ਼ਾਹ ਨੇ ਆਪਣੀ ਜ਼ਿੰਦਗੀ 'ਚ 3 ਵਾਰੀ ਸ਼ੇਰ ਦਾ ਸ਼ਿਕਾਰ ਕੀਤਾ। ਹਰੀ ਸਿੰਘ ਨਲਵਾ ਉਹਨਾਂ ਨੇ ਤੇ ਇਤਿਹਾਸ ਗਵਾਇਆ, 79 ਹੀ ਸ਼ੇਰ ਨੂੰ ਪਾੜਤਾ ਸੀ, 79, ਕੋਈ ਹਥਿਆਰ ਨਹੀਂ ਸੀ ਹੱਥ ਦੇ ਵਿੱਚ, ਪਾੜ ਕੇ ਰੱਖਤਾ ਸੀ। ਤੇ ਕਹਿੰਦੇ ਮੈਂ ਵੀ ਉਸੇ ਅੰਸ਼ ਬੰਸ਼ ਦਾ ਮਾਲਕ ਹਾਂ, ਤੇ ਮੈਂ ਡਰ ਕੇ ਇੱਕ ਸ਼ੇਰ ਤੋਂ ਤੇ ਮੈਂ ਪੇੜ ਤੇ ਚੜ ਜਾਵਾਂਗਾ? ਨਹੀਂ, ਮੁਕਾਬਲਾ ਹੋ ਜਾਣ ਦਿਓ, ਤੁਸੀਂ ਬੈਠੋ ਤੇ ਵੇਖੋ। ਵੇਖਦਿਆਂ ਅੰਗਰੇਜ਼ ਦੇ ਵੇਖਦਿਆਂ ਭਾਈ ਕੇਰ ਸਿੰਘ ਜੀ ਨੇ ਸ਼ੇਰ ਨੂੰ ਇਸ ਤਰ੍ਹਾਂ ਮਾਰਿਆ, ਨੇਜਾ ਆਰ ਪਾਰ ਕਰਕੇ ਰੱਖਤਾ, ਇੱਕੇ ਵਾਰ ਦੇ ਵਿੱਚ ਸ਼ੇਰ ਦਾ ਕੰਮ ਤਮਾਮ ਕਰਤਾ। ਇਹ ਵੇਖ ਕੇ ਤੇ ਰਿਚਰਡਸਨ ਨੇ ਬੜੀ ਉਪਮਾ ਕੀਤੀ ਸਰਦਾਰ ਕੇਰ ਸਿੰਘ ਜੀ ਦੀ, ਬੜੀ ਉਪਮਾ ਕੀਤੀ ਬਈ ਬਹੁਤ ਹੀ ਤੁਸੀਂ ਬਹਾਦਰ ਇਨਸਾਨ ਹੈਗੇ, ਵੈਰੀ ਬਰੇਵ ਪਰਸਨ। ਇਹ ਸਰਦਾਰ ਕੇਰ ਸਿੰਘ ਜੀ, ਸਰਦਾਰ ਟਹਿਲ ਸਿੰਘ ਜੀ, ਸਰਦਾਰ ਸਾਹਿਬ ਸਰਦਾਰ ਕਰਤਾਰ ਸਿੰਘ ਝੱਬਰ, ਸਰਦਾਰ ਸਾਹਿਬ ਸਰਦਾਰ ਲక్ష్మణ ਸਿੰਘ ਜੀ, ਇਹਨਾਂ ਸਾਰਿਆਂ ਨੇ ਇੱਕ ਮੀਟਿੰਗ ਸੱਦੀ ਤੇ ਇਹਨਾਂ ਨੇ ਕਿਹਾ ਵੀ ਕੋਈ ਇਸ ਤਰ੍ਹਾਂ ਦਾ ਹਿੱਲਾ ਚਾਰਾ ਕੀਤਾ ਜਾਵੇ, ਕਿਉਂਕਿ ਆਪ ਜੀ ਦੀ ਜਾਣਕਾਰੀ ਲਈ ਅਰਜ਼ ਕਰਦੇ ਹਾਂ, ਉਸ ਸਮੇਂ ਤੋਂ ਪਹਿਲੇ ਨਾ ਤੇ ਕੋਈ ਅਕਾਲੀ ਹੁੰਦਾ ਸੀ ਔਰ ਨਾ ਹੀ ਕੋਈ ਸਿੰਘ ਸਭਾ ਸੀ, ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਲਮੇ ਵਜੂਦ ਵਿੱਚ ਆਈ ਸੀ। ਸਿੱਖ ਬਿਲਕੁਲ
ਆਮ ਸਧਾਰਨ ਵਿਚਰਦੇ ਸਨ। ਇਹਨਾਂ ਸਾਰਿਆਂ ਨੇ ਉਪਰਾਲਾ ਕੀਤਾ। ਸਭ ਤੋਂ ਪਹਿਲੇ ਇੱਕ ਅਖਬਾਰ ਕੱਢਿਆ, ਜਿਸ ਅਖਬਾਰ ਦਾ ਨਾਂ ਸੀ ਅਕਾਲੀ। ਅਕਾਲੀ ਅਖਬਾਰ ਇਹਨਾਂ ਨੇ ਕੱਢਿਆ। ਕਿਉਂ ਕੱਢਿਆ? ਦੇਖੋ, ਅੱਜ ਸਾਡੇ ਕੋਲ ਜਨ ਸੰਚਾਰ ਦੇ ਬੜੇ ਮਾਧਿਅਮ ਨੇ। ਅਸੀਂ TV ਹੈ, ਸੋਸ਼ਲ ਮੀਡੀਆ ਹੈ, ਅਸੀਂ ਆਪਣੀ ਗੱਲ ਇੱਕ ਦੂਜੇ ਕੋਲ ਮਿੰਟ ਵਿੱਚ ਪਹੁੰਚਾ ਸਕਦੇ ਹਾਂ। ਮਗਰ ਉਹ ਜ਼ਮਾਨਾ ਜਦੋਂ ਸੰਚਾਰ ਦੇ ਮਾਧਿਅਮ ਨਹੀਂ ਸੀ ਹੁੰਦੇ, ਲੋਕਾਂ ਤੱਕ ਘਰ ਘਰ ਗੱਲ ਪਹੁੰਚਾਉਣੀ ਹੈ, ਤੇ ਅਖਬਾਰ ਇੱਕ ਬੜਾ ਵੱਡਾ ਮਾਧਿਅਮ ਹੁੰਦਾ ਸੀ। ਇਹਨਾਂ ਨੇ ਅਕਾਲੀ ਨਾਂ ਤੋਂ ਅਖਬਾਰ ਕੱਢਿਆ। ਅਕਾਲੀ ਅਖਬਾਰ ਦੇ ਵਿੱਚ ਜਨਤਾ ਦਾ ਰੋਜ਼ ਦਿਨੋਂ ਦਿਨ ਜੋਸ਼ ਦੇ ਵਿੱਚ ਬਦਲਦਾ ਜਾ। ਇਹ ਅਕਾਲੀ ਅਖਬਾਰ ਨੇ ਇੱਕ ਐਸਾ ਕਾਰਜ ਕੀਤਾ ਵੀ ਤਮਾਮ ਸੰਗਤ ਦੇ ਵਿੱਚ ਜੋਸ਼ ਭਰ ਕੇ ਰੱਖ ਦਿੱਤਾ। ਸਮਾਂ ਬੀਤਿਆ, ਸਹਿਜੇ ਸਹਿਜੇ ਸਮਾਂ ਬੀਤਿਆ, ਜੋਸ਼ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ। ਇੱਕ ਦਿਨ ਕੋਈ 40-50 ਬੰਦੇ ਇਕੱਠੇ ਹੋ ਕੇ ਸ਼੍ਰੀ ਤਰਨਤਾਰਨ ਸਾਹਿਬ ਜਾ ਰਹੇ ਸਨ। ਤਰਨਤਾਰਨ ਸਾਹਿਬ, ਤੇ ਇਹਨਾਂ ਦਾ ਮਕਸਦ ਸੀ ਆਪਾਂ ਜਾ ਕੇ ਮਹੰਤਾਂ ਨੂੰ ਸਮਝਾਵਾਂਗੇ ਬਈ ਇਹ ਇਸ ਤਰ੍ਹਾਂ ਦਾ ਕਾਰਜ ਕਰਨਾ ਛੱਡ ਦੇਣ। ਕਹਿੰਦੇ ਨੇ ਰਾਤ ਦੇ 9 ਵਜੇ ਦਾ ਸਮਾਂ ਸੀ। ਦਰਬਾਰ ਸਾਹਿਬ ਤੋਂ ਚੱਲੇ ਸਨ ਤਰਨਤਾਰਨ ਪਹੁੰਚਣ ਵਾਸਤੇ। ਕਹਿੰਦੇ ਨੇ ਤਰਨਤਾਰਨ ਦੇ ਕੋਲ ਪਹੁੰਚੇ ਤੇ ਸ਼ਰਾਬੀ ਗੁੰਡਿਆਂ ਨੇ, ਮਹੰਤਾਂ ਦੇ ਪਾਲੇ ਹੋਏ ਬਦਮਾਸ਼ਾਂ ਨੇ ਸੰਗਤ ਦੇ ਉੱਤੇ ਅਟੈਕ ਕਰਤਾ। ਅਟੈਕ ਕੀਤਾ। ਸੰਗਤ ਨੇ ਕੋਈ ਰੋਸ਼ ਨਹੀਂ ਕੀਤਾ, ਕਿਸੇ ਨੇ ਹੱਥ ਨਹੀਂ ਚੱਕਿਆ। ਇੱਕ ਹੋਰ ਧਿਆਨ ਦੇਣਾ, 1 ਮਿੰਟ ਦਾ। ਤੁਹਾਡਾ ਨਾਮ ਹੈ ਸਿੱਖ। ਸਿੱਖ ਤੇ ਸਿੱਖ ਦੇ ਅਰਥ ਕੀਤੇ ਉਸ ਵੇਲੇ ਦੇ ਵਿਦਵਾਨਾਂ ਨੇ। ਸਿੱਖ ਦਾ ਅਰਥ ਹੈ ਸਬਰ। ਸੱਸਾ ਸਿੱਖ, ਸੱਸਾ ਸਬਰ, ਸੱਸਾ ਸਿੱਖ, ਸੱਸਾ ਸਹਿਨ। ਸਬਰ ਤੇ ਸਹਿਨ, ਕਹਿੰਦੇ ਇਹ ਗੁਰੂ ਦੇ ਸਾਡੇ ਪਾਏ ਹੋਏ ਪਹਿਲੇ ਪੂਰਨੇ ਨੇ। ਅਸੀਂ ਇਹਨਾਂ ਦੇ ਉੱਤੇ ਪਹਿਰਾ ਦੇਣਾ। ਗੁੰਡਿਆਂ ਨੇ ਆ ਕੇ ਅਟੈਕ ਕੀਤਾ। ਗੰਡੋਸੇ, ਟਕੂਏ, ਤਲਵਾਰਾਂ ਦੇ ਨਾਲ ਆ ਕੇ ਅਟੈਕ ਕੀਤਾ। ਉਸ ਸਮੇਂ ਦੇ ਵਿੱਚ 2 ਸਿੰਘਾਂ ਦੀ ਸਭ ਤੋਂ ਪਹਿਲੇ ਸ਼ਹੀਦੀ ਹੋਈ। ਇੱਕ ਸਨ ਸਰਦਾਰ ਸਾਹਿਬ ਸਰਦਾਰ ਹੁਕਮ ਸਿੰਘ ਜੀ, ਜਿਹੜੇ ਗੁਰਦਾਸਪੁਰ ਦੇ ਰਹਿਣ ਵਾਲੇ ਸਨ, ਔਰ ਇੱਕ ਸਨ ਸਰਦਾਰ ਸਾਹਿਬ ਸਰਦਾਰ ਹਜ਼ਾਰਾ ਸਿੰਘ ਜੀ। ਇਹ 2 ਐਸੇ ਮਨੁੱਖ ਸਨ ਜਿਨ੍ਹਾਂ ਦੀ ਸਭ ਤੋਂ ਪਹਿਲੇ 26 ਜਨਵਰੀ 1920 ਵਾਲੇ ਦਿਹਾੜੇ ਇਹ 2 ਗੁਰੂ ਪਿਆਰਿਆਂ ਦੀ ਸ਼ਹੀਦੀ ਹੋਈ। ਤਾਰੀਖ ਸੀ 26 ਜਨਵਰੀ 1920। ਸੰਗਤ ਦੇ ਵਿੱਚ ਰੋਸ਼ ਪੈਦਾ ਹੋਣਾ ਸ਼ੁਰੂ ਹੋ ਗਿਆ। ਸੰਗਤਾਂ ਇਕੱਠੀਆਂ ਹੋਈਆਂ। ਇਕੱਠੀਆਂ ਹੋ ਕੇ ਲਾਮਬੰਦ ਹੋ ਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਹ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ। ਇਹਨਾਂ ਦੀ ਆਮਦ ਸੁਣ ਕੇ ਉੱਥੇ ਦੇ ਗ੍ਰੰਥੀ, ਉੱਥੇ ਦੇ ਸੇਵਾਦਾਰ, ਉੱਥੇ ਦੇ ਮਹੰਤ ਸਾਰੇ ਭੱਜ ਗਏ। ਸਭ ਤੋਂ ਪਹਿਲਾ ਕੰਮ ਸਿੱਖ ਸੰਗਤ ਨੇ ਅੱਜ ਸ਼੍ਰੀ ਤਰਨਤਾਰਨ ਸਾਹਿਬ ਦੀ ਚਾਬੀਆਂ ਲੈ ਕੇ ਤੇ ਕਬਜ਼ੇ ਪਾ ਲਿਆ। ਪਹਿਲਾ ਗੁਰੂ ਘਰ ਫਤਿਹ ਕੀਤਾ। ਅੱਜ ਤੋਂ ਬਾਅਦ ਗੁਰੂ ਘਰ ਦੀ ਰਾਖੀ, ਗੁਰੂ ਘਰ ਦਾ ਪ੍ਰਬੰਧ ਉਹ ਸਿੱਖ ਸੰਗਤ ਨੇ ਕਰਨਾ ਆਰੰਭ ਕੀਤਾ। ਇਸ ਘਟਨਾ ਨੇ ਸੰਗਤ ਦੇ ਮਨ ਦੇ ਵਿੱਚ ਬੜਾ ਚਾਅ ਪੈਦਾ ਕੀਤਾ। ਦੂਸਰਾ ਨੰਬਰ ਸੀ ਸ਼੍ਰੀ ਦਰਬਾਰ ਸਾਹਿਬ ਦਾ, ਕਿਉਂਕਿ ਦਰਬਾਰ ਸਾਹਿਬ ਸਿੱਖ ਦਾ ਹਿਰਦਾ ਹੈਗਾ ਸੀ। ਤੇ ਜਦ ਤੱਕ ਦਰਬਾਰ ਸਾਹਿਬ ਦੇ ਉੱਤੇ ਇਸ ਤਰ੍ਹਾਂ ਦੇ ਬਦਮਾਸ਼ਾਂ ਦਾ ਰਾਜ ਸੀ, ਸਿੱਖ ਸੰਗਤ ਕਦੀ ਚੈਨ ਨਾਲ ਬਹਿ ਨਹੀਂ ਸੀ ਸਕਦੀ। ਸੰਗਤਾਂ ਨੇ ਉਸ ਸਮੇਂ ਦੇ ਵਿੱਚ ਇੱਕ ਰੁਕਨਦੀਨ ਨਾਮ ਦੇ ਇੱਕ ਮੁਸਲਮਾਨ, ਰੁਕਨਦੀਨ ਨਾਮ ਦੇ, ਉਹਨਾਂ ਨੇ ਅੰਮ੍ਰਿਤ ਛਕਿਆ ਤੇ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ। ਤੇ ਉਹਨਾਂ ਨੇ ਅਗਾਹਾਂ ਬੜੇ ਸਿੰਘ ਤਿਆਰ ਕੀਤੇ, ਜਿਨ੍ਹਾਂ ਨੂੰ ਕਿਹਾ ਜਾਂਦਾ ਨੀਵੀਆਂ ਜਾਤ ਵਾਲੇ। ਨੀਵੀਂ ਜਾਤ ਵਾਲੇ ਕਈ ਮਨੁੱਖਾਂ ਨੂੰ ਖਾਲਸਾ ਅੰਮ੍ਰਿਤ ਛਕਾ ਕੇ ਖਾਲਸਾ ਸਾਜਿਆ। ਇਹ ਘਟਨਾ ਹੈ ਜਲਿਆਂਵਾਲੇ ਬਾਗ ਦੀ। ਜਲਿਆਂਵਾਲੇ ਬਾਗ ਅੰਮ੍ਰਿਤ ਛਕਾਇਆ ਗਿਆ ਤੇ ਸਾਰਿਆਂ ਨੂੰ ਇਕੱਠੇ ਕਰਕੇ ਤੇ ਨਾਲ ਉਸ ਸਮੇਂ ਦੇ ਸਿਰ ਕੱਢ ਜਿਹੜੇ ਮਨੁੱਖ ਸਨ, ਸਿੱਖ ਮਿਸ਼ਨਰੀ ਕਾਲਜ ਦੇ ਨੌਜਵਾਨ ਬੱਚੇ, ਸਰਦਾਰ ਹਰਕਿਸ਼ਨ ਸਿੰਘ ਜੀ ਬਾਵਾ, ਸਰਦਾਰ ਕਰਤਾਰ ਸਿੰਘ ਜੀ ਚੱਬਰ, ਸਰਦਾਰ ਟਹਿਲ ਸਿੰਘ ਜੀ, ਸਰਦਾਰ ਬੂਟਾ ਸਿੰਘ ਜੀ, ਇਹ ਸਾਰੇ ਸਿਰ ਕੱਢ ਜਿਹੜੇ ਸਰਦਾਰ ਸਾਹਿਬ ਹੁੰਦੇ ਸਨ ਉਸ ਵੇਲੇ, ਇਹਨਾਂ ਸਾਰਿਆਂ ਨੇ ਨਵੇਂ ਛਕਿਆ ਅੰਮ੍ਰਿਤ। ਕਹਿੰਦੇ ਚਲੋ ਦਰਬਾਰ ਸਾਹਿਬ ਮੱਥਾ ਟੇਕੀਏ ਤੇ ਦਰਬਾਰ ਸਾਹਿਬ 'ਚ ਆ ਕੇ ਸ਼ੁਕਰਾਨੇ ਦੀ ਅਰਦਾਸ ਕਰਾਈਏ। ਦਰਬਾਰ ਸਾਹਿਬ ਸਾਰੀ ਸੰਗਤ ਪਹੁੰਚੀ ਅਰਦਾਸ ਕਰਾਉਣ ਵਾਸਤੇ, ਤੇ ਗ੍ਰੰਥੀਆਂ ਨੇ ਮਨਾ ਕਰਤਾ ਬਈ ਅਸੀਂ ਨੀਵੀਂ ਜਾਤ ਵਾਲਿਆਂ ਦੀ ਕੋਈ ਅਰਦਾਸ ਨਹੀਂ ਕਰਨੀ, ਦਫਾ ਹੋ ਜਾਓ ਇੱਥੋਂ।
ਤੁਹਾਡੇ ਵਾਸਤੇ ਇੱਥੇ ਕੋਈ ਥਾਂ ਨਹੀਂ ਹੈਗਾ। ਜਦ ਇਹ ਗੱਲ ਬਾਹਰ ਪਹੁੰਚੀ ਤੇ ਸਿੱਖ ਮਿਸ਼ਨਰੀ ਕਾਲਜ ਦੇ ਨੌਜਵਾਨ ਮੁੰਡੇ ਲਾਮਬੰਦ ਹੋ ਕੇ ਜਦੋਂ ਦਰਬਾਰ ਸਾਹਿਬ ਪਹੁੰਚੇ ਨੇ ਤੇ ਕਹਿੰਦੇ ਨੇ ਪੁਜਾਰੀਆਂ ਨੇ ਜਦੋਂ ਵੇਖਿਆ ਵੀ ਸੰਗਤ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉਹ ਦੁਮ ਦਬਾ ਕੇ ਭੱਜ ਗਏ ਉੱਥੋਂ। ਸਰਦਾਰ ਕਰਤਾਰ ਸਿੰਘ ਜੀ ਉਹ ਕਹਿਣ ਲੱਗੇ ਮਹਾਰਾਜ ਦਾ ਹੁਕਮਨਾਮਾ ਲਓ। ਮਹਾਰਾਜ ਕੀ ਹੁਕਮਨਾਮਾ ਲੈਂਦੇ, ਕੀ ਹੁਕਮ ਬਖਸ਼ਦੇ। ਸੰਗਤ ਨੇ ਮੱਥਾ ਟੇਕਿਆ, ਅਰਦਾਸ ਕੀਤੀ, ਹੁਕਮਨਾਮਾ ਲਿੱਤਾ। ਹੁਕਮਨਾਮਾ ਲੈਣ ਤੋਂ ਬਾਅਦ ਸਾਰੀ ਸੰਗਤ ਇਕੱਠੀ ਹੋ ਕੇ ਹੁਣ ਅਕਾਲ ਤਖਤ ਸਾਹਿਬ ਵੱਲ ਚੱਲੀ ਹੈ, ਕਿਉਂਕਿ ਜਦ ਤੱਕ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖਾਂ ਦਾ ਕਬਜ਼ਾ ਨਹੀਂ ਸੀ ਹੋਣਾ, ਉਨੀ ਦੇਰ ਤੱਕ ਸਰਕੂਲਰ ਜਾਰੀ ਹੁੰਦੇ ਹੀ ਰਹਿਣੇ ਸਨ। ਹੁਣ ਸਾਰੀ ਸੰਗਤ ਇਕੱਠੀ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਚੱਲ ਪਈ ਹੈ। ਅਕਾਲ ਤਖਤ ਸਾਹਿਬ ਵੱਲ ਜਾਂਦੀ ਹੋਈ ਸੰਗਤ ਨੂੰ ਵੇਖ ਕੇ ਅਕਾਲ ਤਖਤ ਦੇ ਪੁਜਾਰੀ ਵੀ ਭੱਜ ਗਏ। ਅਕਾਲ ਤਖਤ ਦੇ ਪੁਜਾਰੀ ਭੱਜੇ ਨੇ ਤੇ ਭੱਜਦੇ ਹੋਏ ਉਹਨਾਂ ਨੇ ਕਹਿ ਦਿੱਤਾ ਕਿ ਬਈ ਤੁਹਾਨੂੰ ਵੇਖ ਲਵਾਂਗੇ। ਤੇ ਸੰਗਤਾਂ ਦੇ ਮਨਾਂ ਵਿੱਚ ਜੋਸ਼ ਬੜਾ ਸੀ। ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਕਬਜ਼ਾ ਕੀਤਾ। ਉਸ ਦਿਨ ਅਕਾਲ ਤਖਤ ਸਾਹਿਬ ਔਰ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਸਿੱਖ ਪ੍ਰਬੰਧਕਾਂ ਦੇ ਹੱਥ ਦੇ ਵਿੱਚ ਕਮਾਂਡ ਆ ਗਈ। ਚਾਬੀਆਂ ਦਰਬਾਰ ਸਾਹਿਬ ਦੀਆਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਇਹ ਸਿੱਖ ਸੰਗਤ ਦੇ ਹੱਥ ਦੇ ਵਿੱਚ ਆ ਗਈਆਂ। ਹਜੇ ਤੱਕ ਕੋਈ ਵੀ ਕਮੇਟੀ ਨਹੀਂ ਸੀ ਬਣੀ ਪ੍ਰਬੰਧਕ ਸੰਭਾਲਣ ਵਾਸਤੇ। ਉਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਸਰਦਾਰ ਹਰਕਿਸ਼ਨ ਸਿੰਘ ਜੀ ਬਾਵਾ ਔਰ ਸਿਰਕੱਢ ਸਾਰੇ ਆਗੂਆਂ ਨੇ ਫੈਸਲਾ ਕੀਤਾ ਬਈ ਸ਼ਿਰੋਮਣੀ ਕਮੇਟੀ ਬਣਾਈ ਜਾਵੇ। ਸ਼ਿਰੋਮਣੀ ਕਮੇਟੀ ਬਣਾਈ ਜਾਵੇ ਜਿੱਦੇ ਸਰਪ੍ਰਸਤੀ ਹੇਠ ਸਾਰੇ ਗੁਰਦੁਆਰਿਆਂ ਦੀ ਕਮਾਂਡ ਪ੍ਰਬੰਧ ਦਾ ਸਾਰਾ ਹਿਸਾਬ ਕਿਤਾਬ ਸ਼ਿਰੋਮਣੀ ਕਮੇਟੀ ਦੇ ਅੰਡਰ ਵਿੱਚ ਆਵੇ। ਇਹ ਗੱਲ ਸੋਚ ਕੇ 175 ਬੰਦਿਆਂ ਦੀ, ਧਿਆਨ ਦੇਣਾ, 175 ਬੰਦੇ ਪ੍ਰਬੰਧਕ ਤੌਰ ਦੇ ਉੱਤੇ ਥਾਪੇ ਗਏ, ਜਿਹਦੇ ਵਿੱਚ ਜ਼ਬਰਦਸਤੀ 36 ਮੈਂਬਰ ਸਮੇਂ ਦੀ ਸਰਕਾਰ ਨੇ ਆਪਣੇ ਥਾਪ ਦਿੱਤੇ, ਵਾਰਡ ਦਿੱਤੇ। ਕਮੇਟੀ ਦੇ ਵਿੱਚ 36 ਮੈਂਬਰ ਜ਼ਬਰਦਸਤੀ ਆਪਣੇ ਵਾਰਡ ਦਿੱਤੇ ਤੇ ਪ੍ਰਧਾਨ ਬਣਾਇਆ ਗਿਆ ਤੇਜਾ ਸਿੰਘ ਨੂੰ। ਉਸ ਸਮੇਂ ਸਮਾਂ ਬੀਤਦਾ ਗਿਆ। ਸਹਿਜੇ ਪ੍ਰਬੰਧਕ ਕਮੇਟੀ ਨੇ ਆਪਣੀਆਂ ਕਮੇਟੀਆਂ ਦੀ ਮੀਟਿੰਗਾਂ ਆਰੰਭਣੀਆਂ ਸ਼ੁਰੂ ਕਰਤੀਆਂ। ਆਪਣਾ ਪ੍ਰਚਾਰ ਪ੍ਰਸਾਰ ਸਹਿਜੇ ਇੱਕ ਗੁਰਦੁਆਰੇ ਤੋਂ ਦੂਜੇ ਇਤਿਹਾਸਕ ਗੁਰਦੁਆਰੇ ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ, ਗੁਰਦੁਆਰਾ ਬੇਰ ਸਾਹਿਬ, ਪੰਜਾ ਸਾਹਿਬ, ਹਰ ਥਾਂ ਦੇ ਉੱਤੇ ਸਹਿਜੇ ਮਹੰਤਾਂ ਨੂੰ ਭਜਾਣਾ ਸ਼ੁਰੂ ਕਰ ਦਿੱਤਾ ਤੇ ਪ੍ਰਬੰਧ ਆਪਣੇ ਹੱਥ ਲੈਣਾ ਸ਼ੁਰੂ ਕਰ ਦਿੱਤਾ। ਹੁਣ ਵਾਰੀ ਆਉਣ ਵਾਲੀ ਸੀ ਗੁਰਦੁਆਰਾ ਨਨਕਾਣਾ ਸਾਹਿਬ ਦੀ। ਨਨਕਾਣਾ ਸਾਹਿਬ ਦੇ ਗੁਰਦੁਆਰੇ ਦੀ ਸਭ ਤੋਂ ਵੱਡੀ ਇਹ ਸੀ ਜਾਇਦਾਦ ਕਿ 1 ਲੱਖ ਰੁਪਇਆ ਉਸ ਜ਼ਮਾਨੇ ਦੇ ਵਿੱਚ, ਧਿਆਨ ਦੇਣਾ, ਮਹੰਤ ਸੀ ਨਾਰਾਇਣ ਦਾਸ ਤੇ ਜਿਹਦੀ ਸਾਲਾਨਾ ਇਨਕਮ ਗੁਰਦੁਆਰੇ ਦੀ 1 ਲੱਖ ਰੁਪਏ ਜਗੀਰ ਦੀ ਸਾਲਾਨਾ 1 ਲੱਖ ਰੁਪਇਆ ਆ ਰਿਹਾ ਸੀ ਆਮਦ, ਤੇ ਜਿਹੜਾ ਪੂਜਾ ਦਾ ਦਾਨ ਆਉਂਦਾ ਸੀ ਉਹ ਵੱਖਰਾ ਸੀ। ਮਹੰਤ ਨਾਰਾਇਣ ਦਾਸ ਜਿਸ ਦਿਨ ਗੁਰਦੁਆਰੇ ਦਾ ਪ੍ਰਬੰਧਕ ਬਣਿਆ, ਇਸ ਤੋਂ ਪਹਿਲੇ 2 ਹੋਰ ਮਹੰਤ ਗੁਰਦੁਆਰੇ ਦਾ ਪ੍ਰਬੰਧਕ ਸੰਭਾਲ ਬੈਠੇ ਸਨ ਔਰ ਉਹਨਾਂ ਦੇ ਉੱਤੇ ਇਹ ਬਦਨਾਮੀ ਸੀ ਵੀ ਇਹ ਉਸ ਸਮੇਂ ਦੇ ਸਿਰਕੱਢ ਬਦਮਾਸ਼ ਸਨ। ਉਸ ਸਮੇਂ ਦੇ ਉਹ ਸਭ ਤੋਂ ਵੱਡੇ ਜ਼ਾਲਮ ਇਨਸਾਨ ਸਨ। ਉਸ ਸਮੇਂ ਦੇ ਉਹ ਸਭ ਤੋਂ ਵੱਡੇ ਸਮੇਂ ਦੀ ਹਕੂਮਤ ਦੀ ਨਜ਼ਰਾਂ ਦੇ ਵਿੱਚ ਸਰਪ੍ਰਸਤ ਸਨ, ਮਗਰ ਸੰਗਤ ਦੀ ਨਜ਼ਰਾਂ ਦੇ ਵਿੱਚ ਉਹ ਸਭ ਤੋਂ ਵੱਡੇ ਢੋਂਗੀ ਤੇ ਬਦਮਾਸ਼ ਸਨ। ਅਗਾਂਹ ਕਿਸ ਤਰ੍ਹਾਂ ਦੀ ਕਾਰਵਾਈ ਆਰੰਭ ਕੀਤੀ ਹੈਗੀ ਹੈ, ਕਿਸ ਤਰ੍ਹਾਂ ਸਿਰੇ 'ਤੇ ਚੜ੍ਹਨ ਵਾਲੀ ਹੈਗੀ ਜੀ, ਇਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਵਿਚਾਰ ਕਰਾਂਗੇ। ਤੁਸੀਂ ਆਏ ਹੋ ਸੰਗਤ ਦੇ ਵਿੱਚ, ਧਿਆਨ ਦੇਣਾ, ਮੈਂ ਜੋ ਬਚਨ ਕਰਨ ਲੱਗਾ ਹੈਗਾ। ਅਸੀਂ ਗੁਰਦੁਆਰੇ ਕਿਉਂ ਆਉਂਦੇ ਹਾਂ, ਕਿਸ ਕਰਕੇ ਆਉਂਦੇ ਹਾਂ, ਆਰੰਭਤਾ ਮੈਂ ਇਸ ਕਰਕੇ ਕੀਤੀ ਸੀ ਕਿ ਸਾਨੂੰ ਗੁਰਦੁਆਰੇ ਆਉਣ ਦਾ ਮਕਸਦ ਪਤਾ ਚੱਲ ਜਾਏ। ਤੁਸੀਂ ਗੁਰਦੁਆਰੇ ਆ ਕੇ ਰੋਜ਼ ਅਰਦਾਸ ਦੇ ਵਿੱਚ ਇਹ ਬਚਨ ਪੜ੍ਹਦੇ ਹੋ। ਅਰਦਾਸ ਦੇ ਵਿੱਚ ਇਹ ਬਚਨ ਖਾਸ ਤੌਰ 'ਤੇ ਪੜ੍ਹੇ ਜਾਂਦੇ ਨੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਬੰਦ ਖੋਪੜੀਆਂ ਲਵਾਈਆਂ, ਚਰਖੜੀਆਂ 'ਤੇ ਚੜੇ ਤਨ ਆਰਿਆਂ ਨਾਲ ਚੜਾਏ, ਗੁਰਦੁਆਰਿਆਂ ਦੀ ਸੇਵਾ ਲਈ ਧਰਮ ਨਹੀਂ ਹਾਰਿਆ, ਸਿੱਖੀ ਸਵਾਸਾਂ ਸੰਗ ਨਿਭਾਈ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਇਹ ਉਹ ਗੁਰਮੁਖਾਂ ਦਾ ਇਤਿਹਾਸ ਹੈ ਜੋ ਤੁਸੀਂ ਸੁਣਨਾ ਹੈ, ਸੁਣਦੇ ਪਏ ਹੋ।
मेरी बेनती हैगी है, मैं एक मेरा गुरुद्वारा गोविंद धाम जिथे मैं सेवा निभा रहा सी, एक दिन मैं संगत दे विच यह गल भी रखी, मैं क्या गुरमुखों ग्रंथी सिंह अरदास कर रहा हुंदा है, तुहानूं पता है सिख दी सब तो वड्डी गुरु दे कोल फरियाद पहुँचाण दा जरिया माध्यम केवल अरदास है, केवल अरदास। तुसीं उचेचे तौर ते ग्रंथी सिंह नूं गुरु के वजीर जान के माया बेटा कर दिओ भी साडी अरदास करो, मगर जिस वेले गुरु का वजीर अरदास कर रहा हुंदा है, फरियाद कर रहा हुंदा है, पिछे संगत खड़ी होंदी है, उबासियां मार रही होंदी, पिछे संगत खड़ी होई एक दूजे नूं चुंडियां मारदी होंदी है, गल्लां करदी होंदी है, उबासियां मारदी होंदी है। मैं क्या यह बड़ी माड़ी गल है, तुहानूं पता ही नहीं ग्रंथी सिंह की अरदास कर रहा, किहड़ियां पंक्तियां पढ़ रहा। तुहाडे बाणे ते आई है बई होए होणगे शहीद, होए होणगे कोई शहीद, साडे घरों कोई शहीद नहीं होया, साडे घरों कोई शहीद नहीं होया, साडे परिवार विचों कोई शहीद नहीं होया, होया होएगा कोई शहीद। और कुछ कदर करो गुरमुखों, जिन्ना करके अज तुसीं निर्भय होकर गुरुद्वारे आ सकते हो, किसी वेले गुरुद्वारे आ सकते हो, यह उन्हां गुरमुखां दा इतिहास तुसीं सुणदे पे हो। चलो समा अपनी चाल नाल वधदा जा रहा, बाकी का इतिहास आपां कल आप जी दे नाल साझा करांगे। एक बेनती पढ़ो सारे ਜਿਹੜੇ गुरुद्वारे आ रहे हो, निर्भय हो के तुसीं गुरु की बाणी पढ़ते हो, तो जिहड़ा गुरु है वो अपनी संगत नूं इक्को ही उपदेश करता है, गुरमुखों तुसीं कोई कर्म कांड नहीं करना, तुसीं की करना है, केवल नाम जपना है। की करना है? केवल नाम जपना है। गुरु कोई कर्म कांड करन नहीं कहता, ना कहता है बई पुरखा तू चौराहे के उत्ते जाके दीवा बालेगा मेरी खुशी प्राप्त होएगी, तू सूरज नूं पानी देगा मेरी खुशी प्राप्त, तू वर्त रखेगा मेरी खुशी प्राप्त होएगी ना। गुरु कहता है केवल नाम जपो रे प्राणी तब ही निश्चय तरना। तुसीं नाम जपण लई उपदेश करते हैं गुरु दे, ते गुरु की संगत जिहड़ा गुरु तुहानूं केवल नाम जपण लई कहता है, ऐसे गुरु की उत्तर दे गुरु की संगत पढ़दी है। गुरबड़ भागी पाया ऐसा गुरबड़ भागी पाया, गुर गुरबड़ भागी पाया ऐसा गुरबड़ भागी पाया, गुरबड़ धन गुरु अर्जन देव साहिब जी, धन गुरु अर्जन देव साहिब जी, बहुत बहुत धन्यवाद। बेअंत त्रुटियां अवज्ञा गलतियां मिस्टेक हो गई संगत जी, मूर्ख अल्पक जान के बख्श लेना। कल समय सिर आना, आपां सारे रल मिल के गुरु के इतिहास नूं सुनांगे ताकि साडे लोग सुखीए पर लोग सुहेले होण। ऐनियां बेनतियां प्रवान, भुलां चुकां दी क्षमा। फतेह बुलाओ जी। वाहिगुरू जी का खालसा, वाहिगुरू जी की फतेह।